पग ਦੀਆਂ खबरां देख रहे सारे दर्शकों को मेरे हरप्रीत वालों प्यार भरी सत श्री अकाल। हुण मेरा साथ देन जा रहे हैं रणजीत झूठी जी, परमिंदर सिंह जी ਅਤੇ ਹਰਨਿਆ जी। खबरां ਦਾ ਹੁਣ ਅਸੀਂ ਰੁਖ ਕੈਨੇਡਾ ਵੱਲ ਲੈ ਕੇ ਆਵਾਂਗੇ। 19 ਅਕਤੂਬਰ ਨੂੰ ਜਿਹੜੀ ਫੈਡਰਲ ਇਲੈਕਸ਼ਨ ਹੋਣੀ ਆ, ਹਰ ਦਿਨ ਹੀ ਇਹ ਖਬਰ ਸੁਰਖੀਆਂ ਵਿੱਚ ਬਣੀ ਹੁੰਦੀ ਹੈ। ਹਰ ਦਿਨ ਲੀਡਰਾਂ ਵੱਲੋਂ ਨਵੇਂ ਵਾਅਦੇ ਕੀਤੇ ਜਾਂਦੇ ਆ, ਨਵੀਂ ਪਾਲਿਸੀਆਂ ਡਿਸਕਸ ਕੀਤੀਆਂ ਜਾਂਦੀਆਂ ਨੇ। ਅੱਜ ਪਰ ਲੇਬਰ ਡੇ ਸੀ ਤੇ ਲੇਬਰ ਡੇ ਤੇ ਅਸੀਂ ਸਾਨੂੰ ਵੇਖਣ ਨੂੰ ਮਿਲਿਆ ਕਿ ਜਿਹੜੀ ਯੂਨੀਅਨਸ ਨੇ, ਲੇਬਰ ਯੂਨੀਅਨਸ ਨੇ, ਉਹਨਾਂ ਨੇ ਐਂਟੀ ਹਾਰਪਰ ਦੀ ਗੱਲ ਕੀਤੀ ਆ। ਆਪਣੇ ਮੈਂਬਰਸ ਨੂੰ ਆਖਿਆ ਵਾ ਕਿ ਜਾ ਕੇ ਵੋਟ NDP ਨੂੰ ਪਾਓ। ਜੇ NDP ਦਾ ਕੈਂਡੀਡੇਟ ਸਟਰੋਂਗ ਨਹੀਂ ਆ ਤੇ ਐਂਟੀ ਕੰਜ਼ਰਵੇਟਿਵ ਜਿਹੜੇ ਵੀ ਲੀਡਰ ਆ, ਜਿਹੜਾ ਵੀ ਕੈਂਡੀਡੇਟ ਖੜਾ ਵਾ ਜੋ ਸਟਰੋਂਗ ਹੈ, ਉਹਨੂੰ ਵੋਟ ਪਾਓ। ਬੇਸਿਕਲੀ ਜੋ ਯੂਨੀਅਨਸ ਨੇ ਇਹ ਕੰਜ਼ਰਵੇਟਿਵਸ ਨੂੰ ਹਰਾਉਣਾ ਚਾਹੁੰਦੇ ਨੇ। ਪਰਮਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਗੱਲਬਾਤ ਦਾ ਸਿਲਸਿਲਾ ਤੁਹਾਡੇ ਤੋਂ ਸ਼ੁਰੂ ਕਰੂੰਗਾ। ਅੱਜ ਦੀ ਡਿਬੇਟ ਵਿੱਚ ਤੁਸੀਂ NDP ਨੂੰ ਰਿਪਰੈਜ਼ੈਂਟ ਕਰ ਰਹੇ ਜੋ, ਤੁਸੀਂ ਯੂਨੀਅਨਸ ਨੂੰ ਆਪਣੇ ਵੱਲ ਕਰਕੇ ਐਂਟੀ ਹਾਰਪਰ ਦੀ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ, ਭਾਵੇਂ NDP ਵੱਲੋਂ ਚਲਾਈ ਜਾ ਰਹੀ ਹੋਵੇ, ਭਾਵੇਂ ਯੂਨੀਅਨਸ ਵੱਲੋਂ ਚਲਾਈ ਜਾ ਰਹੀ ਹੋਵੇ, ਕਿਤੇ ਨਾ ਕਿਤੇ NDP ਨੂੰ ਇਹਦੇ ਵਿੱਚ ਫਾਇਦਾ ਵਿਖ ਰਿਹਾ ਵਾ। ਕੀ ਕਹੋਗੇ ਇਸ ਕਮੈਂਟ ਬਾਰੇ? ਬਿਲਕੁਲ ਹਰਪ੍ਰੀਤ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। NDP ਨੂੰ ਬਿਲਕੁਲ ਫਾਇਦਾ ਹੈਗਾ ਆ। ਯੂਨੀਅਨਸ ਵੱਲੋਂ ਹਮੇਸ਼ਾ ਹੀ NDP ਦੀ ਸਪੋਰਟ ਜਿਹੜੀ ਆ ਉਹ ਕੀਤੀ ਜਾਂਦੀ ਰਹੀ ਆ। ਔਰ ਇੱਥੇ ਵੀ ਸਾਫ਼ ਅਗਰ ਅਸੀਂ ਗੱਲ ਕਰੀਏ ਕਿ ਜਿੰਨੀਆਂ ਵੀ ਕੈਨੇਡਾ ਲੈਵਲ ਦੇ ਉੱਤੇ, ਫੈਡਰਲ ਲੈਵਲ ਦੇ ਉੱਤੇ ਯੂਨੀਅਨਸ ਹੈਗੀਆਂ, ਉਹਨਾਂ ਵੱਲੋਂ ਆਪਣੇ EMPLOYEES ਨੂੰ ਜਾਂ ਆਪਣੇ ਮੈਂਬਰਸ ਜਿਹੜੇ ਹੈਗੇ ਆ, ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਐਂਟੀ ਹਾਰਪਰ ਵੋਟ ਪਾਉਣੀ ਆ। ਸੋ ਉੱਥੇ ਇਹ ਵੀ ਦੇਖਣਾ ਹੈ ਕਿ ਪਹਿਲੀ ਕਿਉਂ ਤੁਸੀਂ ਐਂਟੀ ਹਾਰਪਰ ਵੋਟ ਪਾਉਣੀ ਆ? ਹਰਪ੍ਰੀਤ ਜੀ, ਮੈਂ ਇਹ ਸਮਝਦਾ ਕਿ ਜਿਹੜੇ ਵਰਕਰਸ ਹੈਗੇ ਆ, ਉਹਨਾਂ ਦੇ ਰਾਈਟਸ ਕੰਜ਼ਰਵੇਟਿਵ ਸਰਕਾਰ ਦੇ ਦੌਰਾਨ ਜਿਹੜੇ ਆ ਉਹ ਕਾਫੀ ਪ੍ਰਭਾਵਿਤ ਹੋਏ ਹੈਗੇ ਆ। ਬਹੁਤ ਸਾਰੀਆਂ ਪੋਲਿਸੀਜ਼ ਜੋ ਮੈਨੂੰ ਲੱਗਦਾ ਕਿ ਯੂਨੀਅਨ ਨੂੰ ਲੱਗਦਾ ਕਿ ਸਾਡੇ ਪੱਖ ਦੇ ਵਿੱਚ ਨਹੀਂ ਹੈਗੀਆਂ। ਸੋ ਮੈਨੂੰ ਉਸ ਚੀਜ਼ ਤੋਂ ਲੱਗਦਾ ਕਿ ਯੂਨੀਅਨ ਜਿਹੜੀ ਹੈਗੀ ਆ ਉਹ NDP ਨੂੰ ਸਪੋਰਟ ਕਰਨਾ ਚਾਹੁੰਦੀ ਪਈ ਆ। ਜਾਂ ਇੱਥੇ ਇਹ ਵੀ ਹੈਗਾ ਕਿ ਜਿਹੜਾ ਵੀ ਸਟਰੋਂਗ ਕੈਂਡੀਡੇਟ ਹੈਗਾ ਆ ਉਸ ਨੂੰ ਉਹ ਵੋਟ ਕਰਨਗੇ। ਇਹ ਮੈਸੇਜ ਜਿਹੜਾ ਹੈਗਾ ਉਹਨਾਂ ਵੱਲੋਂ ਆਪਣੇ ਇੱਕ, ਮੈਂ ਸਮਝਦਾ ਇੱਕ ਜ਼ਰੀਆ ਵੀ ਵਰਤਿਆ ਜਾ ਰਿਹਾ ਐਜ਼ ਅ ਕਿ ਪ੍ਰਮੋਸ਼ਨ ਕਰਨ ਦੇ ਲਈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੰਜ਼ਰਵੇਟਿਵ ਪਾਰਟੀ ਕੋਲ ਕਾਫੀ ਜ਼ਿਆਦਾ ਫੰਡਸ ਹੈਗੇ ਆ ਐਡੀ ਲੰਬੀ ਕੈਂਪੇਨ ਚਲਾਉਣ ਦੇ ਲਈ। ਉਧਰ NDP ਔਰ ਜਿਹੜੀ ਲਿਬਰਲ ਪਾਰਟੀ ਹੈਗੀ, ਦੋਨਾਂ ਕੋਲ ਇੰਨੇ ਜ਼ਿਆਦਾ ਫੰਡਸ ਨਹੀਂ ਹੈਗੇ ਸੀਗੇ ਕਿ ਇੰਨੀ ਲੰਬੀ ਕੈਂਪੇਨ ਉਹ ਖਿੱਚ ਸਕਣ। ਸੋ ਇੱਕ ਉਹ ਵੀ ਇੱਕ ਦਾ ਪਹਿਲੂ ਜਿਹੜਾ ਹੈਗਾ ਆ ਉਹ ਸਾਡੇ ਸਾਹਮਣੇ ਆਉਂਦਾ ਆ। ਹਰਨਿਆ ਜੀ, ਐਂਟੀ ਹਾਰਪਰ ਕੈਂਪੇਨ ਚਲਾਉਣਾ ਯੂਨੀਅਨਸ ਤੇ ਮੈਂਬਰ ਦੁਆਰਾ, ਤੁਸੀਂ ਕੀ कहना चाहोगे? मैं समझती हूँ कि बहुत ही ज़्यादा जो कि है गलत मूव है। मान लिया कि शायद यूनियंस जो है वो एक ग्रुप है, एक संगठन है जो कि हार्पर पॉलिसीज़ से खुश नहीं है या कंजरवेटिव सरकार की पॉलिसी से खुश नहीं है। तो इसका मतलब ये नहीं कि ਜਿਹੜੀਆਂ यूनियन मैंबर्स जिन्हों के 3-3 ਲੱਖ मैंबर्स हैं, 2.5 ਲੱਖ मैंबर्स हैं, ਉਹ ਇੰਨੇ ਵੱਡੇ ਲੈਵਲ ਤੇ ਦੇਸ਼ ਭਰ 'ਚ ਜਿੱਥੇ ਫੈਲੀਆਂ ਹੋਈਆਂ ਹਨ, ਉਹ ਆਪਣੇ ਪਰਸਨਲ ਇੰਟਰਸਟ ਲਈ ਆਪਣੇ ਹੀ ਮੈਂਬਰਸ ਤੇ ਆਪਣਾ ਡਿਸੀਜਨ ਐਨਫੋਰਸ ਕਰਨ। आखिर उन्होंने कौन हक देता है कि वो एक यूनियनाइज डिसीजन एनफोर्स करो? कह रहे हैं कि ਅਸੀਂ ਆਪਣੇ ਮੈਂਬਰਸ ਨੂੰ ਕਵਾਂਗੇ, ਉਹ ਇਹ ਨਹੀਂ ਕਹਿ ਰਹੇ ਕਿ ਮੈਂਬਰਸ एग्जैक्टली देखो, कहना ते एनफोर्स करना नहीं, कहना ते एनफोर्स करना मतलब इन्फ्लुएंस करना कि वो अपने ਜਿਹੜੇ ਉਹਨਾਂ ਦੇ ਮੈਂਬਰਸ ਨੇ 3 ਲੱਖ ਮੈਂਬਰਸ, ਉਹ ਆਫਟਰ ਆਲ 3 ਲੱਖ ਵੋਟਾਂ ਹੀ ਨੇ ਨਾ, ਉਹ ਆਪਣੇ ਇਹਨਾਂ ਮੈਂਬਰਸ ਨੂੰ ਕਹਿ ਕੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਕੋਈ ਇੱਕ ਸੰਗਠਨ ਜੇ ਉਹ ਖੁਸ਼ ਨਹੀਂ ਹੈ ਤੇ ਉਹ ਆਪਣੀ ਪਾਰਟੀ ਦੇ ਮੈਂਬਰਸ ਨੂੰ ਉਸ ਸੰਗਠਨ ਦੇ ਮੋਟਿਵ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਕਰਨ ਲਈ ਇਨਫਲੂਐਂਸ ਕਰ ਸਕਦਾ ਹੈ। ਗਲਤ ਹੈ ਬਹੁਤ। ਦੇਖੋ ਨਾ ਜੀ, ਦੋ ਮੇਨ ਯੂਨੀਅਨਸ ਨੇ, ਇੱਕ ਤੇ ਕਿਊਬੈਕ ਫੈਡਰੇਸ਼ਨ ਆਫ ਲੇਬਰ, ਦੂਜੀ ਯੂਨੀਫੋਰ। ਤੇ ਯੂਨੀਫੋਰ ਜਿਹੜੀ ਹੈ ਲਾਰਜੈਸਟ ਪ੍ਰਾਈਵੇਟ ਆਰਗੇਨਾਈਜੇਸ਼ਨ ਹੈ, ਯੂਨੀਅਨ ਆਰਗੇਨਾਈਜੇਸ਼ਨ ਆ। ਲਗਭਗ ਯੂਨੀਫੋਰ ਦੇ 3 ਲੱਖ ਮੈਂਬਰਸ ਨੇ। ਤੇ ਜੋ ਇੱਥੇ ਫਾਰਮੂਲਾ ਯੂਜ਼ ਕਰਿਆ ਜਾ ਰਿਹਾ, ਉਹ ਇਹ ਕਰਿਆ ਜਾ ਰਿਹਾ ਕਿ 3 ਲੱਖ ਤੇ ਸਾਡੇ ਮੈਂਬਰ, ਜੇ ਫੈਮਿਲੀ ਦੀ ਇੱਕ ਹੋਰ ਵੋਟ ਆ ਜੇ 6 ਲੱਖ ਵੋਟ ਕਿਤੇ ਨਾ ਕਿਤੇ ਕੁਝ ਰਾਈਡਿੰਗਸ ਤੇ ਮੇਰੇ ਖਿਆਲ ਕਾਫੀ ਫਰਕ ਪਾ ਸਕਦੀਆਂ ਨੇ। ਰਣਜੀਤ ਸਿੰਘ ਜੀ, ਤੁਸੀਂ ਪਹਿਲਾਂ ਮੈਨੂੰ ਇਹ ਦੱਸੋ, ਤੁਸੀਂ ਯੂਨੀਅਨ ਦੇ ਇਸ ਫੈਸਲੇ ਨਾਲ ਸਹਿਮਤ ਹੋ ਕਿ ਤੁਸੀਂ ਇਸ ਫੈਸਲੇ ਨਾਲ ਅਸਹਿਮਤ ਹੋ ਤੇ ਕਿਉਂ? ਹਰਪ੍ਰੀਤ ਜੀ, ਜਿਹੜਾ ਫੈਸਲਾ ਲਿਆ ਯੂਨੀਅਨ ਨੇ, ਇਹ ਬਿਲਕੁਲ ਗਲਤ ਗੱਲ ਹੈ ਕਿ ਤੁਸੀਂ ਇਹ ਜਿਹੜਾ ਵੋਟ ਦਾ ਹੱਕ ਆ, ਵੋਟ ਪਾ ਕੇ ਹਰ ਬੰਦੇ ਦੀ ਇੰਡੀਵਿਜੂਅਲ ਸੋਚ ਹੁੰਦੀ ਹੈ ਕਿ ਹਾਂ ਅਸੀਂ ਆਪਣੀ ਸੋਚ ਦੇ ਮੁਤਾਬਕ ਜਿਹੜਾ ਕੋਈ ਕੈਂਡੀਡੇਟ ਆ ਜਾਂ ਕੋਈ ਪਾਰਟੀ ਪਾਲਿਸੀਜ਼ ਆ, ਆਪਾਂ ਉਸ ਦੇ ਨਾਲ ਸਹਿਮਤ ਹੋਣਾ ਹੁੰਦਾ। ਜਿਹੜੀ ਇਹ ਇਲੈਕਸ਼ਨ ਹੈਗੀ ਆ, ਅਗਰ ਯੂਨੀਅਨ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅਸੀਂ ਆਪਣੇ ਹਰ ਇੱਕ ਵਰਕਰ ਨੂੰ ਇਸ ਗੱਲ ਦੇ ਲਈ
ਕਵਾਂਗੇ। ਇਟ ਮੀਨਸ ਕਿ ਉਹ ਇਹ ਕਹਿ ਰਹੇ ਆ ਕਿ ਅਸੀਂ ਆਪਣੇ ਸਾਰੇ ਵਰਕਰ ਨੂੰ ਕਹਿ ਰਹੇ ਹਾਂ ਕਿ ਤੁਸੀਂ ਐਂਟੀ ਗਵਰਨਮੈਂਟ ਵੋਟ ਪਾਓ। ਇੱਥੇ ਕਿਤੇ ਨਾ ਕਿਤੇ ਜਿਹੜਾ ਵੋਟ ਕਰਨ ਦਾ ਹੱਕ ਦਾ ਇਸਤੇਮਾਲ ਆ, ਜਾਂ ਉਹਦੀ ਆਪਾਂ ਕਹ ਲਈਏ ਪ੍ਰਾਈਵੇਸੀ, ਜਾਂ ਉਹਦੀ ਜਿਹੜੀ ਅਧਿਕਾਰ ਦੀ ਖੁੱਲ੍ਹ ਹੈਗੀ ਆ, ਉਸ ਦੇ ਉੱਪਰ ਯੂਨੀਅਨ ਵਾਲੇ ਆਪਣਾ ਹੱਕ ਜਤਾ ਰਹੇ ਕਿ ਨਹੀਂ ਜੀ, ਜਿਹੜੇ ਸਾਡੇ ਵਰਕਰ ਸਾਡੇ ਨਾਲ ਹੈਗੇ ਆ ਉਹਨਾਂ ਨੂੰ ਅਸੀਂ ਇਹ ਗੱਲ ਮਨਾਉਣ ਦੇ ਲਈ ਕੋਸ਼ਿਸ਼ ਕਰਾਂਗੇ। ਔਰ ਕੋਸ਼ਿਸ਼ ਦਾ ਆਪਾਂ ਨੂੰ ਪਤਾ ਹੈ ਕਿ ਇਕੱਲੀ ਇੱਕ ਵੋਟ ਨਹੀਂ ਹੋਣੀ, ਜਿਸ ਤਰ੍ਹਾਂ ਕਿ ਤੁਸੀਂ ਵੀ ਕਿਹਾ ਕਿਸੇ ਘਰ 'ਚ 2 ਵੀ ਆ ਸਕਦੀਆਂ ਤੇ 3 ਵੀ ਜਾ ਸਕਦੀਆਂ ਹੈਗੀਆਂ। ਕਾਫੀ ਜ਼ਿਆਦਾ ਵੋਟਾਂ ਜਿਹੜੀਆਂ ਤੇ ਤਕਰੀਬਨ ਆਪਾਂ ਕਹਿ ਰਹੇ ਹਾਂ ਪ੍ਰਭਾਵਿਤ ਹੋਣਗੀਆਂ। ਪਰ ਜਿਹੜੀਆਂ ਯੂਨੀਅਨ ਦਾ ਇਹ ਫੈਸਲਾ ਆ ਕਿ ਕੱਲ੍ਹ ਨੂੰ ਜਦੋਂ ਯੂਨੀਅਨ ਦੇ ਉੱਪਰ ਇਹੋ ਜਿਹੇ ਫੈਸਲੇ ਲਾਗੂ ਹੁੰਦੇ, ਜਦੋਂ ਕਿ ਜੀ ਯੂਨੀਅਨ ਵਾਲੇ ਵੋਟ ਇਦਾਂ ਨਹੀਂ ਕਰਾ ਸਕਦੇ, ਯੂਨੀਅਨ ਖੁਦ ਬਹੁਤ ਚੀਕਾਂ ਮਾਰਦੀਆਂ। ਐਂਟੀ ਗਵਰਨਮੈਂਟ ਹੋਣ ਦਾ ਕਾਰਨ ਹਰਪ੍ਰੀਤ ਜੀ 2-3 ਹੋ ਸਕਦੇ ਆ ਕਿ ਤੁਹਾਨੂੰ ਵੀ ਪਤਾ ਪਿੱਛੇ ਕਾਫੀ ਜਿਹੜੀਆਂ ਵੱਡੀਆਂ ਕੰਪਨੀਆਂ ਸਨ ਉੱਥੇ ਸਟ੍ਰਾਈਕਸ ਚੱਲ ਰਹੀਆਂ ਸਨ, ਔਰ ਉਹਨਾਂ ਦੇ ਵਿੱਚ ਇੰਟਰਫੇਅਰੈਂਸ ਕਰਕੇ ਗਵਰਨਮੈਂਟ ਨੇ ਉਹ ਸਟ੍ਰਾਈਕ ਜਿਹੜੀਆਂ ਅਸੀਂ ਰੋਕੀਆਂ ਸਨ ਸੀਐਨ ਦੇ ਵਿੱਚ, ਤੇ ਤਕਰੀਬਨ 12 ਵਜੇ ਸਟ੍ਰਾਈਕ ਸ਼ੁਰੂ ਹੋਣੀ ਸੀ ਮਿਡਨਾਈਟ ਨੂੰ, 11:58 ਤੇ ਰਾਤ ਨੂੰ ਜੀ ਇਹ ਫੈਸਲਾ ਹੋਇਆ ਕਿ ਗਵਰਨਮੈਂਟ ਨੇ ਵਿੱਚ ਪੈ ਕੇ ਉਹਨਾਂ ਦਾ ਐਗਰੀਮੈਂਟ ਕਰਵਾਤਾ, ਭਾਵੇਂ ਕਿ ਉਹ ਯੂਨੀਅਨ ਸਹਿਮਤ ਨਹੀਂ ਸੀ, ਪਰ ਯੂਨੀਅਨ ਨੂੰ ਉਹ ਐਗਰੀਮੈਂਟ ਕਰਨਾ ਪਿਆ। ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਯੂਨੀਅਨ ਉਹਨਾਂ ਦੇ ਆਪਣੇ ਮੁਫਾਦ ਨੇ, ਜਾਂ ਮੈਂ ਕਹਿੰਦਾ ਉਹਨਾਂ ਦੇ ਆਪਣੇ ਇੰਟਰਸਟ ਨੇ, ਉਹਦੇ ਵਾਸਤੇ ਆਪਣੇ ਮੈਂਬਰ ਨੂੰ ਯੂਜ਼ ਕਰ ਰਹੀਆਂ ਨੇ। ਪਰ ਤੁਸੀਂ ਇਹ ਦੱਸੋ ਨਾ ਮੈਨੂੰ ਰਣਜੀਤ ਸਿੰਘ ਜੀ, ਜੇ ਯੂਨੀਅਨ ਹੈ ਉਹਨਾਂ ਦਾ ਹੱਕ ਹੈ ਕਿ ਉਹ ਆਪਣੇ ਲੇਬਰਸ ਦੇ ਰਾਈਟ ਪ੍ਰੋਟੈਕਟ ਕਰੂਗੀ, ਤੇ ਜੇ ਯੂਨੀਅਨ ਨੂੰ ਇਹ ਲੱਗ ਰਿਹਾ ਹੈ ਕਿ ਇਹ ਗਵਰਨਮੈਂਟ ਜਾਂ ਇਹ ਪਾਰਟੀ ਸਾਡੇ ਵਾਸਤੇ ਠੀਕ ਨਹੀਂ ਆ, ਤੇ ਜੇ ਉਹ 'ਚ ਯੂਨੀਅਨ ਆਪਣੇ ਮੈਂਬਰਸ ਨੂੰ ਰਿਕੁਐਸਟ ਕਰ ਰਹੀ ਆ ਜਾਂ ਆਪਣੇ ਮੈਂਬਰਸ ਨੂੰ ਦੱਸ ਰਹੀ ਆ ਫਲਾਣੇ ਬੰਦੇ ਨੂੰ ਵੋਟ ਪਾਓ, ਦੇਖੋ ਹੱਕ ਨਹੀਂ ਛਿਨ ਰਹੇ, ਮੈਂਬਰਸ ਕੋਲ ਅਜੇ ਵੀ ਹੱਕ ਆ ਕਿ ਉਹ ਕਿਹਨੂੰ ਵੋਟ ਪਾਣਾ ਹੈ, ਉਹ ਸਿਰਫ ਉਹਨਾਂ ਨੂੰ ਕਨਵਿੰਸ ਕਰ ਰਹੇ ਆ। ਇਹ 'ਚ ਗਲਤ ਕੀ ਆ? ਡੈਫੀਨਿਟਲੀ ਹਰਪ੍ਰੀਤ ਜੀ ਸਾਰਾ ਕੁਝ ਗਲਤ ਹੈਗਾ। ਕਿ ਅਗਰ ਮੈਂ ਗੱਲ ਕਰਾਂ, ਤੁਸੀਂ ਕਿਹਾ ਕਿ ਇਹਦੇ ਵਿੱਚ ਗਲਤ ਕੀ ਹੈਗਾ, ਅਗਰ ਕੋਈ ਆਪਾਂ ਇੱਥੇ 4 ਬੰਦੇ ਬੈਠੇ ਕੰਮ ਕਰਦੇ ਆ, ਕਿਉਂਕਿ ਜਿਹੜਾ ਵੋਟ ਦਾ ਹੱਕ ਆ ਹਰ ਬੰਦਾ ਸਮਝਦਾਰ ਇੱਥੇ ਕਾਫੀ ਹੈਗਾ ਆ ਕਿ ਉਹਨੂੰ ਕਨਵਿੰਸ ਕਰਨਾ ਹੋਰ ਹੁੰਦਾ। ਅਗਰ ਮੈਂ ਕਿਸੇ ਨੂੰ ਦੱਸਣਾ ਸਿੱਧਾ ਕਹਿਣਾ ਜਾ ਕੇ ਜੀ ਹਰਪ੍ਰੀਤ ਜੀ ਮੈਂ ਤੁਹਾਨੂੰ ਆਪਾਂ ਜਾਣਦੇ ਆ, ਤੁਸੀਂ ਆਪਾਂ ਇਕੱਠੇ ਕੰਮ ਕਰਦੇ ਆ, ਤੁਸੀਂ ਇਹਨੂੰ ਵੋਟ ਪਾ ਦਿਓ, ਇਟ ਮੀਨਸ ਮੈਂ ਤੁਹਾਨੂੰ ਇਹ ਸੋਚ ਰਿਹਾ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਵੋਟ ਕਿਹਨੂੰ ਪਾਉਣੀ ਹੈਗੀ ਆ, ਤੁਹਾਡੇ ਜਿਹੜਾ ਹੱਕ ਦੇ ਵਿੱਚ ਬੰਦਾ ਕੌਣ ਹੈਗਾ, ਜਾਂ ਫਿਰ ਤੁਸੀਂ ਇਹ ਕਹਿ ਲਓ ਕਿ ਉਹ ਲੋਕ ਆਪਣੇ ਜਿਹੜੇ ਇੰਪਲੋਈ ਉਹਦੇ ਹੱਕ 'ਚ ਨਹੀਂ ਹੈਗੀ। ਹਰਪ੍ਰੀਤ ਜੀ ਮੈਂ ਤੁਹਾਨੂੰ ਹੁਣੇ ਇੱਕ ਐਗਜ਼ਾਮਪਲ ਦੇ ਕੇ ਹਟਿਆ ਸੀਐਨ ਦੇ ਵਿੱਚ ਬਹੁਤ ਸਾਰੇ ਵਰਕਰ ਸਨ ਜਿਹੜੇ ਉਸ ਵਕਤ ਵੀ ਇਹ ਸੋਚ ਰਹੇ ਸਨ ਕਿ ਯੂਨੀਅਨ ਵਾਲੇ ਆਪਣੇ ਫਾਇਦੇ ਲਈ, ਆਪਣੇ ਮਫਾਦ ਲਈ, ਆਪਣੇ, ਕਿਉਂਕਿ ਉੱਥੇ ਉਹਨਾਂ ਨੇ ਇੱਕ ਚੀਜ਼ ਕੀਤੀ ਸੀ ਕਿ ਸਾਡੇ ਪਰਸਨਲ ਚੀਜ਼ਾਂ ਲਈ ਸਾਨੂੰ ਇੰਨੇ ਪੈਸੇ ਹੋਰ ਦਿਓ, ਉਹ ਚੀਜ਼ ਨੂੰ ਯੂਨੀਅਨ ਮੈਂਬਰ ਵੀ ਲਾਈਕ ਨੇ, ਜਿਹੜੇ ਮੈਂਬਰ ਸਨ ਉਹ ਲਾਈਕ ਨਹੀਂ ਸੀ ਕਰਦੇ, ਪਰ ਉੱਥੇ ਮਜਬੂਰੀ ਬਣ ਗਈ ਉਹਨਾਂ ਦੀ ਕਿ ਜੋ ਯੂਨੀਅਨ ਕਹਿੰਦੇ ਉਹਨਾਂ ਨੂੰ ਮੰਨਣਾ ਪੈਂਦਾ। ਪਰ ਕਦੇ ਇਹ ਚੀਜ਼ ਬਾਰੇ ਯੂਨੀਅਨ ਵਾਲੇ ਸੋਚ ਸਕਦੇ ਆ ਕਿ ਅਗਰ ਸਾਡੇ ਇੰਪਲੋਈ ਉਸ ਚੀਜ਼ ਤੇ, ਸਾਡੇ ਜਿਹੜੇ ਵਰਕਰ ਹੈਗੇ ਸਾਡੇ ਨਾਲ ਖੜੇ ਆ, ਉਸ ਚੀਜ਼ ਦੇ ਸਾਡੇ ਖਿਲਾਫ ਜਾ ਸਕਦੇ ਆ, ਤੇ ਵੋਟ ਪਾਉਣ ਦਾ ਹੱਕ ਜਿਹੜਾ ਹੈ ਮੇਰੇ ਖਿਆਲ 'ਚ, ਜੇ ਮੈਂ ਇਹ ਕਹਾਂ ਕਿ ਜੀ ਟੋਟਲੀ ਰੋਂਗ ਆ, ਲੈਟ them speak for themselves, ਉਹਨਾਂ ਨੂੰ ਆਪਣੇ ਲਈ ਆਪ ਗੱਲ ਕਰਨ ਦਿਓ ਤੇ ਜ਼ਿਆਦਾ ਬੈਟਰ ਰਹੇਗਾ। ਪਰਮਿੰਦਰ ਸਿੰਘ ਜੀ, ਕਿਉਂ ਐਨਡੀਪੀ ਯੂਨੀਅਨ ਦੇ ਦੁਆਰਾ ਕੈਨੇਡੀਅਨਸ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੀ ਆ? ਕਿਉਂ ਨਹੀਂ ਐਨਡੀਪੀ ਮੁੱਦਿਆਂ ਤੇ ਇਲੈਕਸ਼ਨ ਲੜਦੀ? ਹਰਪ੍ਰੀਤ ਜੀ, ਮੁੱਦੇ ਤੇ ਇਲੈਕਸ਼ਨ ਆਲਰੇਡੀ ਲੜੀ ਜਾ ਰਹੀ ਹੈ, ਮੁੱਦੇ ਆਲਰੇਡੀ ਹੈਗੇ ਆ। ਕੈਨੇਡਾ ਦੀ ਇਕਨੋਮੀ ਸਭ ਤੋਂ ਵੱਡਾ ਮੁੱਦਾ ਇਸ ਸਮੇਂ ਚੱਲਦਾ, ਮੁੱਦੇ ਹੈਗੇ ਨੇ, ਪਰ ਕਿਤੇ ਨਾ ਕਿਤੇ ਐਨਡੀਪੀ ਯੂਨੀਅਨਸ ਨੂੰ ਆਪਣੀ ਬੈਕਬੋਨ ਮੰਨਦੀ ਆ ਤੇ ਯੂਨੀਅਨ ਨੂੰ ਆਪਣੇ ਨਾਲ ਰੱਖ ਕੇ ਹੀ ਚੱਲਦੀ ਆ। ਕਿਉਂ? ਹਰਪ੍ਰੀਤ ਜੀ, ਸਿੰਪਲ ਜੀ ਇੱਕ ਗੱਲ ਹੈਗੀ ਹੈ ਕਿ ਯੂਨੀਅਨ ਨੂੰ ਨਾਲ ਲੈ ਕੇ ਚੱਲਣਾ, ਇੱਕ ਤੇ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਯੂਨੀਅਨ ਦੇ ਨਾਲ ਮਿਲਦੀਆਂ ਜੁਲਦੀਆਂ, ਯੂਨੀਅਨ ਦੀ ਸਪੋਰਟ, ਜਿਹੜੇ ਯੂਨੀਅਨ ਦੇ ਵਰਕਰ ਹੈਗੇ ਆ ਉਹਨਾਂ ਦੀ ਸਪੋਰਟ ਦੇ ਲਈ ਬੇਸਿਕਲੀ ਐਨਡੀਪੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਔਰ ਉਹਦੇ ਨਾਲ ਦੋ ਮੇਨ ਇਸ਼ੂਜ਼ ਜਿਹੜੇ ਮੰਨੇ ਜਾਂਦੇ ਆ, ਇੱਕ ਤੇ ਕੈਨੇਡਾ ਦੀ ਇਕਨੋਮੀ ਜਿਹੜੀ ਹੈਗੀ ਆ, ਜਦੋਂ ਉਹ ਇਫੈਕਟ ਹੋਊਗੀ ਤੇ ਜਿਹੜੀਆਂ ਵੀ ਯੂਨੀਅਨ ਜੌਬਸ ਹੈਗੀਆਂ ਜਾਂ ਜਿਹੜੀਆਂ ਵੀ ਕੈਨੇਡਾ ਦੇ ਵਿੱਚ ਮੈਨੂਫੈਕਚਰਿੰਗ ਜੌਬਸ ਹੈਗੀਆਂ ਉਹ ਸਿੱਧਾ ਇਫੈਕਟ ਹੋਣਗੀਆਂ। ਸੋ ਮੇਰੇ ਹਿਸਾਬ ਦੇ ਨਾਲ ਜਦੋਂ ਉਹ ਇਫੈਕਟ ਹੋਣਗੀਆਂ ਤੇ ਵਰਕਰਸ ਦਾ ਲਾਸ ਉੱਥੇ ਡਾਇਰੈਕਟਲੀ ਹੈਗਾ ਆ। ਸੋ ਉਸ ਚੀਜ਼ ਸਮਝ ਨਹੀਂ ਆਈ, ਭਾਵੇਂ ਜਿਹੜੀ ਮਰਜ਼ੀ ਪਾਰਟੀ ਹੋਵੇ, ਜੇ ਜੌਬ ਲਾਸ ਹੋਊਗੀ ਤੇ ਭਾਵੇਂ ਯੂਨੀਅਨ ਦੇ EMPLOYE ਹੋਣ ਭਾਵੇਂ ਨਾਨ ਯੂਨੀਅਨ ਦੇ EMPLOYE ਹੋਣ, ਸਾਰਿਆਂ ਨੂੰ ਇਫੈਕਟ ਹੋਊਗਾ। ਪਰ ਹਰਪ੍ਰੀਤ ਜੀ, ਹੁਣ ਐਂਡ ਆਫ ਦਾ ਡੇ ਇਫੈਕਟ ਤੇ ਵਰਕਰਸ ਦਾ ਹੀ ਹੋ ਰਿਹਾ ਨਾ, ਨੁਕਸਾਨ ਤੇ ਵਰਕਰਸ ਦਾ ਹੀ ਹੋ ਰਿਹਾ। ਇਹ ਤਾਂ ਐਨਡੀਪੀ ਨੂੰ ਮਤਲਬ ਮੈਨੂੰ ਸਮਝ ਨਹੀਂ ਆ ਰਹੀ, ਤੁਸੀਂ ਮੈਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਮੈਂ ਸਿਰਫ ਐਂਟੀ ਟੋਰਿਸ ਵੋਟ ਦੇ ਲਈ ਮੈਂ ਜਿਹੜਾ ਰੀਜ਼ਨ ਦੇ ਰਿਹਾ ਕਿ ਐਂਟੀ ਟੋਰਿਸ ਵੋਟ ਦੇ ਲਈ ਸਿਰਫ ਇਹ ਦੋ ਰੀਜ਼ਨ ਹੈਗੇ ਆ। ਇੱਕ ਹੈਗਾ ਕਿ ਹੈਲਥ ਕੇਅਰ ਦੇ ਉੱਤੇ ਕੱਟਸ ਹੈਗੇ ਆ, ਔਰ ਦੂਸਰਾ ਹੈਗਾ ਕਿ ਕੈਨੇਡਾ ਜਿਹੜਾ ਹੈਗਾ ਆ ਉਹਦੀ ਇਕਨੋਮੀ ਜਿਹੜੀ ਸਥਿਰ ਨਹੀਂ ਹੈਗੀ। ਇੰਨੇ ਸਾਲਾਂ ਦੇ 8 ਸਾਲ ਲਗਾਤਾਰ ਜਿਹੜਾ ਹੈ ਡੈਫਿਸਿਟ ਦੇ ਵਿੱਚ ਜਾਣਾ, ਉਹ ਮੇਰੇ ਇੱਕ ਜੌਬਸ ਦੇ ਲਈ, ਕੈਨੇਡਾ ਲਈ ਔਰ ਕੈਨੇਡੀਅਨਸ ਦੇ ਲਈ ਉਹ ਠੀਕ ਨਹੀਂ ਹੈਗਾ। ਪਰ ਜੇ ਇਕਨੋਮੀ ਬੈਡ ਹੋ ਰਹੀ ਆ, ਬਾਈ ਦਾ ਵੇ ਰਣਜੀਤ ਜੀ ਹਰਨਿਆ ਜੀ, ਓਪਨ ਡਿਬੇਟ ਆ ਹੁਣ, ਜੇ ਇਕਨੋਮੀ ਬੈਡ ਹੋ ਰਹੀ ਆ ਤੇ ਬਿਜ਼ਨਸ ਦੀ ਹੈਲਪ ਕਰਨੀ ਚਾਹੀਦੀ ਹੈ, ਨਾ ਕਿ ਯੂਨੀਅਨ ਦੀ। ਤੁਸੀਂ ਤੇ ਯੂਨੀਅਨ ਦੀ ਹੈਲਪ ਕਰਕੇ ਇਕਨੋਮੀ ਕਿੱਦਾਂ ਚੱਕੋਗੇ? ਲੋੜ ਤੇ ਆ ਬਿਜ਼ਨਸ, ਜਿਹੜੇ ਸਮਾਲ ਬਿਜ਼ਨਸ ਨੇ, ਭਾਵੇਂ ਲਾਰਜ ਕਾਰਪੋਰੇਸ਼ਨ ਆ, ਬਿਜ਼ਨਸ ਦੀ ਹੈਲਪ ਕੀਤੀ ਜਾਵੇ, ਉਹ ਪਾਲਿਸੀਜ਼ ਇੰਟਰੋਡਿਊਸ ਕੀਤੀਆਂ ਜਾਣ ਜਿਹਦੇ ਨਾਲ ਬਿਜ਼ਨਸ ਹੋਰ ਅੱਗੇ ਛੇਤੀ ਕੰਮ ਕਰਨ, ਨਵੇਂ ਪ੍ਰੋਜੈਕਟਸ ਲੈ ਕੇ ਆਉਣ। ਤੁਸੀਂ ਤੇ ਯੂਨੀਅਨ ਦੀ ਹੈਲਪ ਕਰਕੇ ਕਿਤੇ ਨਾ ਕਿਤੇ ਜੇ ਵੇਖੋ ਤੇ ਬਿਜ਼ਨਸ ਦੇ ਕੰਮ ਵਿੱਚ ਰੋੜਾ ਰੱਖ ਰਹੇ ਜੋ।
ਐਬਸੋਲੂਟਲੀ ਹਰਪ੍ਰੀਤ ਜੀ ਮੈਂ ਤੁਹਾਡੀ ਗੱਲ ਤੋਂ ਬਿਲਕੁਲ ਐਗਰੀ ਕਰਦੀ ਹਾਂ। ਸਰਕਾਰ ਦਾ ਕੰਮ ਹੈ ਕਿ ਇੱਕ ਤਾਂ ਪਹਿਲਾਂ ਮੇਨਟੇਨ ਕਰਕੇ ਰੱਖਣਾ ਪੀਸ, ਠੀਕ ਹੈ। ਦੂਜੀ ਗੱਲ ਉਹਨਾਂ ਦਾ ਕੰਮ ਹੈ ਕਿ ਯੂਨੀਅਨਸ ਅਤੇ ਬਿਜ਼ਨੈਸਸ ਵਿੱਚ ਜੇ ਨਹੀਂ ਕੋਈ ਰੈਜ਼ੋਲੂਸ਼ਨ ਹੁੰਦਾ ਤੇ ਖੁਦ ਸਟੈਪ ਇਨ ਕਰਕੇ ਹੈਲਪ ਆਊਟ ਕਰਨਾ ਜਾਂ ਕਿਸੇ ਥਰਡ ਪਾਰਟੀ ਨੂੰ ਇੰਟਰੋਡਿਊਸ ਕਰਨਾ। ਇੱਥੇ ਯੂਨੀਅਨ ਆਪਣਾ ਇੱਕ ਗਠਬੰਧਨ ਬਣਾ ਕੇ ਆਪਣਾ ਜਿਹੜੇ ਵੋਟਰਸ ਨੇ ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ ਸਹੀ ਗੱਲ ਹੈ ਕਿ ਸਰਕਾਰ ਦਾ ਕੰਮ ਇਕਨੋਮੀ ਨੂੰ ਸਟੇਬਲਾਈਜ਼ ਕਰਨਾ ਹੈਗਾ, ਬਿਜ਼ਨੈਸਸ ਨੂੰ ਪ੍ਰਮੋਟ ਕਰਨਾ ਹੈਗਾ, ਉਹਨਾਂ ਸਾਰਾ ਫੈਕਟਰਸ ਨੂੰ ਸਟੇਬਲਾਈਜ਼ ਕਰਨਾ ਹੈਗਾ ਜਿਨ੍ਹਾਂ ਦੇ ਨਾਲ ਇਕਨੋਮੀ ਅੱਗੇ ਵੱਧਦੀ ਹੈ। ਨਾਓ ਇੱਥੇ ਦੋ ਗੱਲਾਂ ਖੜੀਆਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਜੇ मान लिया कि यूनियन ने अपना गठबंधन बना के इन्फ्लुएंस कर भी दिता वोटर्स ਨੂੰ, कल के इसी तरीके नाल दूजे ਜਿਹੜੇ ग्रुप सन ਉਹ ਵੀ ਆਪਣੇ ਜਿਹੜੇ ਮੈਂਬਰ ਸਨ ਉਹਨਾਂ ਨੂੰ ਇਸ ਤਰੀਕੇ ਨਾਲ ਇਨਫਲੂਐਂਸ ਕਰਨਗੇ। ਇਸ ਤਰ੍ਹਾਂ ਤੇ ਕਈ ਸਾਰੇ ਹੋਰ ਜਿਹੜੇ ਗਰੁੱਪਸ ਨੇ ਉਹ ਵੀ ਖੜੇ ਹੋ ਜਾਣਗੇ। ਸਭ ਤੋਂ ਪਹਿਲੀ ਗੱਲ। ਦੂਜੀ ਗੱਲ ਹੈ ਕਿ ਉਹਨਾਂ ਨੂੰ ਕੀ ਪਤਾ ਕਿ ਜਿਹੜੀ ਸਰਕਾਰ ਅੱਗੇ ਆਉਣ ਵਾਲੀ ਹੈ ਉਹ ਉਹਨਾਂ ਦੇ ਫੇਵਰ 'ਚ ਹੋਏਗੀ ਤੇ ਨਹੀਂ। ਕੁਝ ਲੋਕ ਹੁਣ ਐਨਡੀਪੀ ਨੂੰ ਸਪੋਰਟ ਕਰਨਗੇ, ਕੁਝ ਲੋਕ ਹੁਣ ਲਿਬਰਲਸ ਨੂੰ ਸਪੋਰਟ ਕਰਨਗੇ, ਕੁਝ ਲੋਕ ਹਲੇ ਕੰਜ਼ਰਵੇਟਿਵਸ ਨੂੰ ਸਪੋਰਟ ਕਰਨਗੇ। ਅੱਜ ਕੰਜ਼ਰਵੇਟਿਵਸ ਦੇ ਖਿਲਾਫ ਬਣਾ ਕੇ ਜੇ ਉਹ ਲਿਬਰਲਸ ਅਤੇ ਐਨਡੀਪੀ ਨੂੰ ਚੂਜ਼ ਕਰਦੇ ਹਨ ਜਾਂ ਐਨਡੀਪੀ ਆਉਂਦੀ ਹੈ ਤੇ ਲਿਬਰਲਸ ਉਹਨਾਂ ਦੇ ਐਨਡੀਪੀ ਉਹਨਾਂ ਦੇ ਵਾਅਦੇ ਪੂਰੇ ਨਹੀਂ ਕਰਦੀ ਤੇ ਫਿਰ ਕੀ ਉਹ ਕੱਲ ਐਨਡੀਪੀ ਦੇ ਖਿਲਾਫ ਖੜੇ ਹੋ ਜਾਣਗੇ? ਕੀ ਸਾਡੇ ਕੋਲ 50 ਪਾਰਟੀਆਂ ਨੇ ਕਿ ਹਰ ਇੱਕ ਪਾਰਟੀ ਨੂੰ ਆਜ਼ਮਾਉਣ ਦਾ ਤੇ ਐਕਸਪੈਰੀਮੈਂਟ ਕਰਨ ਦਾ ਸਾਡੇ ਕੋਲ ਟਾਈਮ ਹੈ? ਹਰਪ੍ਰੀਤ ਜੀ ਮੈਂ ਇੱਥੇ ਇਹ ਐਡ ਕਰਨਾ ਚਾਹੁੰਦਾ ਹਾਂ, ਜਿਹੜੀ ਗੱਲ ਹਰਨਿਆ ਜੀ ਨੇ ਕੀਤੀ ਹੈਗੀ ਆ ਉਹਦੇ ਵਿੱਚ ਇੱਕ ਚੀਜ਼ ਐਡ ਕਰ ਲਓ ਕਿ ਐਨਡੀਪੀ ਵਾਲੇ ਜਿਹਨਾਂ ਨਾਲ ਲੈ ਕੇ ਚੱਲ ਰਹੇ ਨੇ ਇੱਕ $15 ਦਾ ਫੰਡ ਆ ਜਿਹੜਾ ਇਹਨਾਂ ਨੇ ਸਾਰੇ ਪੂਰੇ ਕੈਨੇਡਾ 'ਚ ਫੈਲਾਇਆ ਹੋਇਆ ਕਿ ਅਸੀਂ $15 ਕਰ ਦਾਂਗੇ ਜੀ। ਹੁਣ ਤੁਸੀਂ ਦੱਸੋ ਅਗਰ $15 ਹੋ ਗਏ, ਜਿਹੜਾ ਸਮਾਲ ਬਿਜ਼ਨਸ ਵਾਲਾ 2 ਜਾਂ 3 ਇੰਪਲੋਈ ਅਫੋਰਡ ਕਰ ਰਿਹਾ ਕੀ ਉਹ 3 ਇੰਪਲੋਈ ਮੁੜ ਕੇ ਅਫੋਰਡ ਕਰ ਸਕੇਗਾ? ਇਹਦੇ ਨਾਲ ਤੇ ਮੇਰੇ ਖਿਆਲ 'ਚ ਆਰਥਿਕ ਮੰਦਹਾਲੀ ਹੋਰ ਕਾਫੀ ਵੈਲਿਡ ਪੁਆਇੰਟ ਕਾਫੀ ਵੈਲਿਡ ਪੁਆਇੰਟ ਲੈ ਕੇ ਆਂਦਾ ਰਣਜੀਤ ਸਿੰਘ ਜੀ। ਸੌਰੀ ਤੁਹਾਨੂੰ ਮੈਂ ਇੱਥੇ ਕੱਟਿਆ ਕਿਉਂਕਿ ਮੈਂ ਇਹ ਮੈਂਸ਼ਨ ਕਰਨਾ ਚਾਹੁੰਦਾ ਸੀ। ਅੱਜ ਜਿਹੜੀ ਟੋਰਾਂਟੋ ਲੇਬਰ ਡੇ ਤੇ ਸਪੀਚ ਦਿੱਤੀ ਟੌਮ ਮਲਕੇਰ ਜੀ ਨੇ, ਉਹਨਾਂ ਨੇ ਇਹ ਆਖਿਆ ਕਿ ਸਾਰੇ ਕੈਨੇਡੀਅਨਸ ਨੂੰ ਮੰਨ ਲੈਣਾ ਚਾਹੀਦਾ ਕਿ ਜਿਹੜੀ ਮਿਨੀਮਮ ਵੇਜ $15 ਆ ਉਹ ਥੋੜੀ ਜੀ ਦੂਰ ਆ, 19 ਅਕਤੂਬਰ ਨੂੰ ਉਹ ਸਾਰੇ ਕਿਤੇ ਲਾਗੂ ਹੋ ਜਾਊਗੀ। ਪਰਮਿੰਦਰ ਸਿੰਘ ਜੀ, ਰਣਜੀਤ ਸਿੰਘ ਜੀ ਸੌਰੀ ਮੈਂ ਤੁਹਾਨੂੰ ਫਿਰ ਤੋਂ ਤੁਹਾਡਾ ਕੱਟ ਕੇ ਪਰਮਿੰਦਰ ਸਿੰਘ ਨੂੰ ਕੁਐਸਚਨ ਦੇਣ ਡਿਆ ਕਿਉਂਕਿ ਮੈਨੂੰ ਲੱਗਦਾ ਸੀ ਕਿਤੇ ਨਾ ਕਿਤੇ ਆਪਾਂ ਪਰਮਿੰਦਰ ਸਿੰਘ ਤੋਂ ਗੱਲ ਸ਼ੁਰੂ ਕਰੀਏ, ਉਸ ਤੋਂ ਬਾਅਦ ਰਣਜੀਤ ਸਿੰਘ ਜੀ ਤੁਸੀਂ ਗੱਲ ਕੰਟੀਨਿਊ ਕਰਿਓ। $15 ਕਹਿ ਕੇ ਇੱਕ ਪਾਸੇ ਤੁਸੀਂ ਰਿਸੈਸ਼ਨ ਦੀ ਗੱਲ ਕਰ ਰਹੇ ਹੋ ਪਰਮਿੰਦਰ ਸਿੰਘ ਜੀ, ਇੱਕ ਪਾਸੇ ਤੁਸੀਂ ਇਕਨੋਮੀ ਦੀ ਗੱਲ ਕਰ ਰਹੇ ਹੋ, ਦੂਜੇ ਪਾਸੇ ਥੋੜਾ ਜਿਹਾ ਮੈਂ ਸਮਝਾਉਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ। ਹਰਨਿਆ ਜੀ ਐਂਡ ਰਣਜੀਤ ਜੀ ਪਲੀਜ਼ ਗੌਰ ਨਾਲ ਸੁਣਿਓ, ਜੇ ਮੈਂ ਕਿਤੇ ਗਲਤ ਹੋਵਾਂ ਮੈਨੂੰ ਜ਼ਰੂਰ ਟੋਕ ਦਿਓ। ਹਰਨਿਆ ਜੀ ਲਾ ਲਓ ਤੁਸੀਂ ਕਿਤੇ ਕੰਮ ਕਰਦੇ ਜੋ $12 ਦੀ ਤੁਹਾਨੂੰ ਵੇਜ ਮਿਲਦੀ ਆ, ਲਾ ਲਓ ਮੰਥਲੀ ਤੁਸੀਂ $2000 ਬਣਾਉਂਦੇ ਜੋ, ਹੁਣ ਤੁਸੀਂ $15 ਮਿਨੀਮਮ ਵੇਜ ਦੇ ਆ ਕੇ ਤੁਹਾਡੀ ਜਿਹੜੀ ਸੈਲਰੀ ਆ $15 ਹੋ ਗਈ ਤੇ ਤੁਹਾਨੂੰ ਬਣਨ ਲੱਗ ਗਿਆ $2300 ਜਾਂ $2350। ਠੀਕ ਹੈ ਹਰਨਿਆ ਜੀ, ਇੱਥੋਂ ਤੱਕ ਸਮਝ ਆ ਰਿਹਾ ਮੇਰਾ ਐਗਜ਼ਾਮਪਲ? ਬਿਲਕੁਲ ਜੀ ਬਿਲਕੁਲ। ਹੁਣ ਕੀ ਹੋਇਆ ਕਿ ਤੁਹਾਨੂੰ $350 ਜ਼ਿਆਦਾ ਸੈਲਰੀ ਮਿਲਣ ਲੱਗੀ, ਕਾਫੀ ਖੁਸ਼ ਹੋਗੇ ਤੁਸੀਂ। ਪਰ ਹੁਣ ਕੀ ਹੋਇਆ ਕਿ ਜਿਹੜੇ ਬਿਜ਼ਨਸ ਨੇ ਇਹ ਪੈਸੇ ਵਧਾਏ ਸੀ ਉਹਨਾਂ ਦਾ ਪ੍ਰੋਡਕਟ ਮਹਿੰਗਾ ਹੋਊਗਾ। ਪ੍ਰੋਡਕਟ ਮਹਿੰਗਾ ਹੋਣ ਨਾਲ ਕੀ ਹੋਊਗਾ, ਜਦੋਂ ਤੁਸੀਂ ਗ੍ਰੋਸਰੀ ਸ਼ਾਪਿੰਗ ਕਰਨ ਜਾਓਗੇ ਤੁਸੀਂ ਜ਼ਿਆਦਾ ਪੇ ਕਰੋਗੇ ਤੇ ਐਂਡ ਆਫ ਦਾ ਮੰਥ ਤੁਹਾਡੇ ਅਕਾਊਂਟ ਵਿੱਚ ਸ਼ਾਇਦ ਉਨੇ ਹੀ ਪੈਸੇ ਬਚਣਗੇ ਜਿੰਨੇ ਪੈਸੇ ਤੁਹਾਡੇ ਅਕਾਊਂਟਸ ਪਹਿਲਾਂ ਬਚਦੇ ਸੀ। ਦੂਜੀ ਗੱਲ ਮੈਨੂੰ ਇਹ ਸਮਝ ਨਹੀਂ ਆਉਂਦੀ ਪਰਮਿੰਦਰ ਸਿੰਘ ਜੀ, ਜੇ ਤੁਹਾਡੀ NDPA ਚਾਹੁੰਦੀ ਆ ਕਿ $15 ਮਿਨੀਮਮ ਵੇਜ ਕਰ ਦਿੱਤੀ ਜਾਵੇ, ਬੇਸਿਕਲੀ ਤੁਸੀਂ ਬਿਜ਼ਨਸ ਪਰਸਨ ਨੂੰ, ਜਿਹੜਾ ਬੰਦਾ ਬਿਜ਼ਨਸ ਕਰ ਰਿਹਾ ਵਾ, ਹਰਨਿਆ ਜੀ ਲਾ ਲਓ ਕਿ ਤੁਸੀਂ ਬਿਜ਼ਨਸ ਓਨ ਕਰਦੇ ਜੋ, ਤੁਹਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਕਿੰਨੀ ਵੇਜ ਦੇਣੀ ਆ। ਜੇ ਗੌਰਮੈਂਟ ਇਹ ਚਾਹੁੰਦੀ ਆ ਕਿ ਮਿਨੀਮਮ ਵੇਜ $15 ਹੋਵੇ ਤੇ ਗੌਰਮੈਂਟ ਕਿਉਂ ਨਹੀਂ ਆਪਣੇ ਵੱਲੋਂ ਬਿਜ਼ਨਸ ਨੂੰ ਸਬਸਿਡੀ ਦੇ ਦਿੰਦੀ ਕਿ ਤੁਸੀਂ ਜਿਹੜੀ ਆ $4 ਹੈ ਅਸੀਂ ਦੇਵਾਂਗੇ? ਕਿਉਂ ਬਿਜ਼ਨਸ ਉੱਤੇ ਥੋਪਿਆ ਜਾ ਰਿਹਾ? ਕਿਉਂ ਬਿਜ਼ਨਸ ਪੀਪਲਸ ਨੂੰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਮਿਨੀਮਮ ਵੇਜ ਸੈਲਰੀ ਆ ਤੁਸੀਂ ਇੰਨੀ ਦਿਓ? ਰਿਸੈਸ਼ਨ ਆਲਰੇਡੀ ਕੈਨੇਡਾ ਰਿਸੈਸ਼ਨ ਦੇ ਵਿੱਚ ਆ ਗਿਆ, ਇਕਨੋਮੀ ਸਾਡੀ ਆਲਰੇਡੀ ਥੱਲੇ ਆ, ਉਸ ਤੋਂ ਬਾਅਦ ਤੁਸੀਂ ਬਿਜ਼ਨਸ ਉੱਤੇ ਸੈਲਰੀ ਫੋਰਸ ਕਰ ਰਹੇ ਜੋ, ਕਿਉਂ ਪਰਮਿੰਦਰ ਸਿੰਘ ਜੀ? ਹਰਪ੍ਰੀਤ ਜੀ ਇੱਥੇ ਇੱਕ ਰੀਜ਼ਨ ਜਿਹੜਾ ਮੈਂ ਇਹ ਮੰਨਦਾ ਹਾਂ ਕਿ ਅਗਰ NDP ਗਵਰਨਮੈਂਟ ਬਣਾਉਂਦੀ ਆ ਤੇ ਉਸ ਤੋਂ ਬਾਅਦ $15 ਅਗਰ ਵੇਜ ਹੈਗੀ ਵੀ ਆ ਤੇ $15 ਵੇਜ ਕਿਹੜਾ ਇੱਕਦਮ ਉਹਨਾਂ ਨੇ ਇਨਕਰੀਜ਼ ਕਰ ਦੇਣੀ ਆ, ਉਹ ਸਟੈਪ ਬਾਈ ਸਟੈਪ ਇਨਕਰੀਜ਼ ਕਰਨੀ ਆ ਨਾ। ਹੁਣ ਤੁਸੀਂ ਕੈਲਗਰੀ ਵਿੱਚ ਦੇਖੋ, ਅਲਬਰਟਾ ਵਿੱਚ ਤੁਸੀਂ ਆਲਰੇਡੀ ਕਰਤੀ, ਮੇਰੀ ਗੱਲ ਸੁਣੋ, ਅਲਬਰਟਾ ਵਿੱਚ ਆਲਰੇਡੀ ਕਰਤੀ, ਆਲਰੇਡੀ ਰਿਸੈਸ਼ਨ ਚੱਲ ਰਿਹਾ ਵਾ। ਕੈਲਗਰੀ ਵਿੱਚ ਅੱਜ ਦੀ ਡੇਟ ਵਿੱਚ ਕੈਲਗਰੀ ਡਾਊਨਟਾਊਨ ਦੀ ਗੱਲ ਕਰੋ ਤਾਂ ਆਂਦੇ 20% ਡਾਊਨਟਾਊਨ ਆਲਰੇਡੀ ਖਾਲੀ ਆ, ਜਿੱਥੇ ਕਿ ਜੌਬਾਂ ਹੈ ਨਹੀਂ ਆ। ਤੁਸੀਂ ਪੈਸੇ ਚੱਕ ਕੇ ਅਲਬਰਟਾ ਨੂੰ ਆਲਰੇਡੀ ਤੁਸੀਂ ਲੋਨ ਚੱਕ ਕੇ ਡੈਫਿਸਿਟ ਜਾ ਰਹੇ ਜੋ, ਰਾਈਟ? ਪਰ ਤੁਸੀਂ ਮਿਨੀਮਮ ਵੇਜ ਵਧਾ ਰਹੇ ਜੋ, ਕਿਉਂ? ਕਿਉਂਕਿ ਤੁਸੀਂ ਯੂਨੀਅਨ ਕੋਲੋਂ ਵੋਟਾਂ ਲੈਣੀਆਂ ਨੇ, ਸਿਰਫ ਇਸ ਕਰਕੇ। ਹਰਪ੍ਰੀਤ ਜੀ ਜਿਹੜੀ ਅਲਬਰਟਾ ਦੇ ਵਿੱਚ ਵਧਾਈ ਗਈ ਹੈ, ਆਈ ਥਿੰਕ $1 ਵਧਾਈ ਗਈ ਹੈ ਵੇਜ, ਪਰ ਬਿਲਕੁਲ $1 ਵਧਾਈ ਗਈ ਹੈ। ਤੁਸੀਂ ਫਿਰ ਤੋਂ 2016 ਆਇਆ ਖੜਿਆ, ਤੁਸੀਂ ਫਿਰ ਕਹਿਣਾ ਸੀ $1 ਵਧਾਉਣੀ ਆ। ਹਰਪ੍ਰੀਤ ਜੀ ਇੱਕ ਚੀਜ਼ ਜਿਹੜੀ ਮੈਨੂੰ ਇਹ ਦੱਸੋ ਨਾ ਪਰਮਿੰਦਰ ਸਿੰਘ ਜੀ, NDP ਕੌਣ ਹੁੰਦੀ ਹੈ ਦੱਸਣ ਵਾਲੀ? ਗੱਲ ਤੇ ਕੰਪਲੀਟ ਕਰ ਲੈਂਦੇ ਹਰਪ੍ਰੀਤ ਜੀ।
ਹਾਂਜੀ, ਦੱਸੋ। ਤੁਸੀਂ ਕਹਿ ਰਹੇ ਹੋ ਕਿ $15 ਜਿਹੜੀ ਇਹ ਵੇਜ ਉਹ ਕਰ ਦਿੱਤੀ, ਮੰਨ ਲਿਆ ਕਰ ਦਿੱਤੀ ਵੇਜ, ਪਰ ਐਨਡੀਪੀ ਉਹਦੇ ਨਾਲ ਇਹ ਵੀ ਕਹਿ ਰਹੀ ਹੈ ਕਿ ਜਿਹੜੇ ਸਮਾਲ ਬਿਜ਼ਨੈਸਸ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਇਫੈਕਟ ਹੋਣਗੇ ਉਹਨਾਂ ਨੂੰ ਟੈਕਸ ਬ੍ਰੇਕ ਵੀ ਦਿੱਤਾ ਜਾਊਗਾ। ਤੁਸੀਂ ਉਹ ਵੀ ਚੀਜ਼ ਜਿਹੜੀ ਹੈਗੀ ਆ ਉਹਦੇ ਵੱਲ ਵੀ ਥੋੜਾ ਧਿਆਨ ਦਿਓ। ਲਾਰਜ ਕਾਰਪੋਰੇਸ਼ਨ ਜਿਹੜੀਆਂ ਲਾਰਜ ਕਾਰਪੋਰੇਸ਼ਨ ਹੈ ਜਿਹੜੀਆਂ ਘਾਟੇ ਜਾਣਗੀਆਂ, ਜਿਨ੍ਹਾਂ ਦੇ ਲਾ ਲਓ 500 EMPLOYE ਆ, ਉਹਨਾਂ ਦਾ ਕੀ? ਉਹਨੂੰ ਸਾਰੀ ਚੀਜ਼ ਨੂੰ ਬੈਲੈਂਸ ਕੀਤਾ ਜਾਊਗਾ। ਇਹ ਨਹੀਂ ਹੈਗਾ ਕਿ ਹਾਂ ਕੱਲਾ ਸਮਾਲ ਬਿਜ਼ਨਸ ਨੂੰ ਟੈਕਸ ਬ੍ਰੇਕ ਦੇ ਕੇ ਵੱਡੇ ਬਿਜ਼ਨਸ ਨੂੰ ਜ਼ਿਆਦਾ ਟੈਕਸ ਲਗਾਏ ਜਾਣਗੇ। ਸੋ ਇਸ ਨੂੰ ਇੱਕ ਬੈਲੈਂਸ ਕ੍ਰੀਏਟ ਕੀਤਾ ਜਾਊਗਾ ਤਾਂ ਕਿ ਕੋਈ ਵੀ ਜਿਹੜੀ ਕੰਪਨੀ ਹੈਗੀ ਆ, ਕੋਈ ਵੀ ਕਾਰਪੋਰੇਸ਼ਨਸ ਹੈਗੀਆਂ ਉਹ ਇਫੈਕਟ ਨਾ ਹੋਣ। ਤੁਸੀਂ ਗੱਲ ਕਰ ਰਹੇ ਹੋ ਕਿ ਹਾਂ ਸਿਰਫ ਯੂਨੀਅਨਸ ਨੂੰ ਖੁਸ਼ ਕਰਨ ਦੇ ਲਈ ਇਹ ਜਿਹੜੀ ਕੀਤਾ ਜਾ ਰਿਹਾ ਹੈ, ਜੀ ਨਹੀਂ, ਯੂਨੀਅਨਸ ਨੂੰ ਖੁਸ਼ ਕਰਨ ਦੇ ਲਈ ਨਹੀਂ ਕੀਤਾ ਜਾ ਰਿਹਾ। ਕੈਨੇਡਾ ਦੀ ਇਕਨੋਮੀ ਵੀ ਇਹਦੇ ਨਾਲ ਸਟਰੋਂਗ ਹੋਊਗੀ ਔਰ ਜਿਹੜਾ ਕੈਨੇਡਾ ਦੇ ਵਿੱਚ ਲੋਕ ਇਨਵੈਸਟ ਕਰਦੇ ਆ ਜਾਂ ਕੈਨੇਡਾ ਦੇ ਲੋਕ ਖਰਚ ਕਰਦੇ ਆ, ਉਹ ਜਿੰਨਾ ਜ਼ਿਆਦਾ ਖਰਚ ਕਰਨਗੇ ਉਹਨਾਂ ਜ਼ਿਆਦਾ ਜਿਹੜੀ ਕੈਨੇਡੀਅਨ ਇਕਨੋਮੀ ਹੈਗੀ ਉਹ ਸਟਰੋਂਗ ਹੋਊਗੀ। ਸੋ ਮੈਂ ਥੋੜੀ ਦੇਰ ਪਹਿਲਾਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ ਖਰਚੇ ਦਾ, ਮੈਂ ਥੋੜੀ ਦੇਰ ਪਹਿਲਾਂ ਐਗਜ਼ਾਮਪਲ ਦਿੱਤਾ ਸੀ ਜਿੱਥੇ ਕਿ ਹਰਨਿਆ ਜੀ ਨੂੰ ਮੰਨਿਆ ਸੀ $11 ਤੇ ਜੌਬ ਕਰ ਰਹੇ ਨੇ, ਫਿਰ $15 ਤੇ ਜੌਬ ਕਰ ਰਹੇ ਨੇ, ਪਰ ਹਰਨਿਆ ਜੀ ਦੀ ਜੋ ਮੰਥਲੀ ਬਚਤ ਸੀ ਉਹ ਭਾਵੇਂ $15 ਨਾਲ ਸੇਮ ਆ ਰਹੀ ਸੀ। ਕੀ ਫਾਇਦਾ ਹੋਇਆ ਇਹਦੇ ਨਾਲ? ਪਰ ਹਰਪ੍ਰੀਤ ਜੀ ਇੱਥੇ ਜਿਹੜਾ ਮੈਜੋਰਿਟੀ ਜਿਹੜੀਆਂ ਵੀ ਕਾਰਪੋਰੇਸ਼ਨਸ ਹੈਗੀਆਂ ਆ ਉਹ ਮੈਜੋਰਿਟੀ ਫੈਡਰਲ ਲੈਵਲ ਦੇ ਉੱਤੇ ਇਸ ਟਾਈਮ ਦੇ ਉੱਤੇ ਗੱਲ ਕੀਤੀ ਜਾ ਰਹੀ ਆ। ਸੋ ਅਜੇ ਤੱਕ ਉਹ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਉਸ ਦਾ ਇਫੈਕਟ ਜਿਹੜਾ ਹੈ ਉਹ ਕਾਫੀ ਲੇਟ ਤੱਕ, ਜਦੋਂ ਤੱਕ ਐਨਡੀਪੀ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਹ ਪ੍ਰੋਵਿੰਸ ਲੈਵਲ ਦੇ ਉੱਤੇ ਨਹੀਂ ਆ ਜਾਂਦੀ, ਉਨੀ ਦੇਰ ਤੱਕ ਨਹੀਂ ਹੋਊਗਾ। ਪਰ ਅਲਬਰਟਾ ਤੇ ਐਨਡੀਪੀ ਆਲਰੇਡੀ ਹੈਗੀ ਆ ਆਪਣੇ ਹਰਪ੍ਰੀਤ ਜੀ ਅਲਬਰਟਾ ਦੇ ਵਿੱਚ ਜਿਹੜਾ ਪਹਿਲਾ ਵੇਜ ਰੇਟ ਸੀਗਾ ਉਹ ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਉਹ ਪੂਰੇ ਕੈਨੇਡਾ ਦੇ ਵਿੱਚ ਸਭ ਤੋਂ ਘੱਟ ਸੀਗਾ ਤੇ ਉਸ ਨੂੰ ਵਧਾਇਆ ਹੀ ਗਿਆ ਹੈ। ਉਸ ਨੂੰ ਇਹ ਨਹੀਂ ਹੈਗਾ ਕਿ ਹਾਂ ਐਟ ਪਾਰ ਕੀਤਾ ਗਿਆ ਹੈ ਬਾਕੀ ਪ੍ਰੋਵਿੰਸਸ ਦੇ ਨਾਲ। ਪਰ ਤੁਸੀਂ ਆਪੇ ਕਹਿ ਰਹੇ ਜੋ ਕਿ ਅਸੀਂ ਹਰ ਸਾਲ ਡਾਲਰ ਰੇਜ਼ ਦੇਣੀ ਆ, ਅਸੀਂ ਬਿਜ਼ਨਸ ਪਰਸਨ ਨੂੰ, ਕਾਰਪੋਰੇਸ਼ਨ ਨੂੰ ਦੱਸਣਾ ਵਾ ਤੁਸੀਂ ਹਰ ਸਾਲ ਇੰਨੇ ਡਾਲਰ ਆਪਣੇ EMPLOYE ਨੂੰ ਇੰਕਰੀਮੈਂਟ ਦੇਣੀ ਆ। ਤੁਸੀਂ ਕੌਣ ਹੁੰਦੇ ਜੋ ਕਿ EMPLOYER ਨੂੰ ਇਹ ਡਿਸਾਈਡ ਦੱਸਣ ਵਾਲੇ ਕਿ ਤੁਸੀਂ ਕਿੰਨੀ ਇੰਕਰੀਮੈਂਟ ਦੇਣੀ ਆ? ਹਰਪ੍ਰੀਤ ਜੀ ਅਗੇਨ ਬੇਸਿਕਲੀ ਤਾਂ ਤੁਹਾਡੀ ਪਾਲਿਸੀ ਹੈ। ਦੇਖੋ ਪਰਮਿੰਦਰ ਸਿੰਘ ਜੀ, ਇਹ ਤਾਂ ਤੁਹਾਡੀ ਪਾਲਿਸੀ ਆ। ਜੇ ਤੁਹਾਨੂੰ ਲੱਗਦਾ ਵਾ ਕਿ ਫਲਾਣੇ ਬੰਦੇ ਨੂੰ ਘੱਟ ਸੈਲਰੀ ਹੈ, ਇੰਸਟੈਡ ਆਫ ਤੁਸੀਂ ਫੋਰਸ ਕਰੋ ਬਿਜ਼ਨਸ ਨੂੰ, ਤੁਸੀਂ ਉਹਨਾਂ ਨੂੰ ਸਿੱਧਾ ਕਿਉਂ ਨਹੀਂ ਪੇ ਕਰ ਦਿੰਦੇ ਜਾਂ ਬਿਜ਼ਨਸ ਨੂੰ ਸਬਸਿਡੀ ਕਿਉਂ ਦਿੰਦੇ ਜੋ? ਹਰਪ੍ਰੀਤ ਜੀ ਕਿਉਂ ਨਹੀਂ ਦੇ ਦਿੰਦੇ? ਸਬਸਿਡੀਜ਼ ਹੈਗੀਆਂ ਉਹ ਵੀ ਅੱਗੇ ਜਾ ਕੇ, ਮੈਂ ਤੁਹਾਨੂੰ ਜਿੱਦਾਂ ਪਹਿਲਾਂ ਗੱਲ ਕੀਤੀ ਆ ਕਿ ਅੱਗੇ ਜਾ ਕੇ ਜਿਹੜੀਆਂ ਆਪਸ਼ਨਸ ਹੋ ਗਈਆਂ ਉਹ ਓਪਨ ਰੱਖੀਆਂ ਜਾਣਗੀਆਂ, ਕਿਸ ਤਰੀਕੇ ਦੇ ਨਾਲ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਦੀ ਹੈਲਪ ਕੀਤੀ ਜਾਣੀ ਹੈ, ਚਾਹੇ ਉਹ ਟੈਕਸ ਬ੍ਰੇਕਸ ਦੇ ਰੂਪ ਦੇ ਵਿੱਚ ਹੋਣ ਚਾਹੇ ਸਬਸਿਡੀ ਦੇ ਰੂਪ ਦੇ ਵਿੱਚ ਹੋਣ, ਪਰ ਬਿਜ਼ਨਸ ਨੂੰ ਸਪੋਰਟ ਕੀਤਾ ਜਾਊਗਾ। ਹਰਪ੍ਰੀਤ ਜੀ, ਆਈ ਵਾਂਟ ਟੂ ਸੇ ਸਮਥਿੰਗ। ਹਰਪ੍ਰੀਤ ਜੀ, ਹਾਂਜੀ ਹਾਂਜੀ। ਜਿਸ ਤਰ੍ਹਾਂ ਪਰਮਿੰਦਰ ਜੀ ਨੇ ਕਹਿ ਰਹੇ ਕਿ ਹੁਣ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਅਲਬਰਟਾ ਦੇ ਵਿੱਚ ਗਵਰਨਮੈਂਟ ਆਈ ਹੈਗੀ ਐਨਡੀਪੀ ਦੀ, ਆਉਣ ਤੋਂ ਪਹਿਲਾਂ ਕਿੰਨੇ ਵਾਅਦੇ ਕੀਤੇ ਗਏ ਸਨ ਜੀ, ਅਸੀਂ ਜਾਂਦੇ ਹੀ ਜਿਹੜਾ ਆ ਖਰਚੇ ਕੰਟਰੋਲ ਕਰਾਂਗੇ, ਅਸੀਂ ਆਹ ਕਰਾਂਗੇ, ਅਸੀਂ ਕਰਾਂਗੇ। ਤੁਸੀਂ ਅਲਬਰਟਾ 'ਚ ਰਹਿੰਦੇ ਹੋ, ਕਿੰਨੇ ਖਰਚੇ ਜਿਹੜੇ ਕੰਟਰੋਲ ਕੀਤੇ ਗਏ ਆ? ਕਿੰਨੀਆਂ ਚੀਜ਼ਾਂ ਨੇ ਜਿਹੜੀਆਂ, ਅਗਰ ਅਸੀਂ ਗੱਲ ਕਰਾਂ ਮੈਂ ਕਿ ਇਹਨਾਂ ਦੇ ਖਰਚੇ ਰਣਜੀਤ ਸਿੰਘ ਜੀ, ਇਹ ਕੁਐਸਚਨ ਆਪਾਂ ਪਰਮਿੰਦਰ ਕੋਈ ਪੁੱਛ ਲੈਂਦੇ ਆ। ਹਾਂਜੀ ਪਰਮਿੰਦਰ ਸਿੰਘ ਜੀ, ਕਿੰਨੇ ਖਰਚੇ ਅਲਬਰਟਾ ਤੇ ਐਨਡੀਪੀ ਨੇ ਕੰਟਰੋਲ ਕਰ ਰਹੇ, ਦੱਸੋ ਜਰਾ। ਹਰਪ੍ਰੀਤ ਜੀ, ਮੈਂ ਅਲਬਰਟਾ ਐਨਡੀਪੀ ਦੇ ਬਾਰੇ ਇੰਨਾ ਜ਼ਿਆਦਾ ਨਹੀਂ ਇਨਫੋਰਮੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਰਣਜੀਤ ਸਿੰਘ ਜੀ, ਕੁਝ ਨਹੀਂ ਕੰਟਰੋਲ ਹੋਇਆ, ਸਾਰਾ ਕੁਝ ਉਦਾਂ ਹੀ ਚੱਲ ਰਿਹਾ ਜਿੱਦਾਂ ਪਹਿਲਾਂ ਚੱਲ ਰਿਹਾ ਸੀ। ਸੋ ਇਟ ਮੀਨਸ ਕਿ ਇਹ ਸਿਰਫ ਲਾਰੇ ਜਿਹੜੇ ਲੀਡਰਾਂ ਦੇ ਆ, ਚਾਹੇ ਉਹ ਆਪਣੇ ਪੀਸੀ ਪਾਰਟੀ ਦੇ ਹੋਣ, ਚਾਹੇ ਉਹ ਲਿਬਰਲ ਦੇ ਹੋਣ, ਜਾਂ ਫਿਰ ਆਪਾਂ ਐਨਡੀਪੀ ਦੇ, ਪਰ ਜਿਹੜੀ ਗੱਲ ਹੈਗੀ ਆ ਕਿ ਇਹਨਾਂ ਨੇ ਵਾਅਦੇ ਕੀਤੇ ਸੀ ਅਸੀਂ ਆਹ ਕਰ ਦਾਂਗੇ, ਆਹ ਕਰ ਦਾਂਗੇ। ਹਰਪ੍ਰੀਤ ਜੀ, ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਲੈਣਾ ਚਾਹੁੰਦਾ ਇੱਥੇ। ਜਿਸ ਤਰ੍ਹਾਂ ਕਿ ਗੱਲ ਕੀਤੀ ਹੈ ਕਿ ਜੀ $15 ਅਸੀਂ ਕਰਾਂਗੇ, ਠੀਕ ਹੈ, ਜਿਹੜੇ ਬੰਦੇ ਦੀ ਤਨਖਾਹ ਇਸ ਵੇਲੇ $11 ਆ ਉਹਨੂੰ 15 ਮਿਲ ਗਏ, ਉਹਨੂੰ $4 ਜਿਹੜੇ ਆ ਉਹ ਵਾਧੂ ਮਿਲ ਹੈਗੇ ਆ, ਪਰ $4 ਉਹਨੂੰ ਵਾਧੂ ਮਿਲੇ ਕਿੱਥੋਂ? ਛੋਟੇ ਬਿਜ਼ਨਸਮੈਨ ਜਿਹੜਾ 5 ਜਾਂ 4 EMPLOYE ਅਫੋਰਡ ਕਰਦਾ ਆ, ਠੀਕ ਹੈ, 4 EMPLOYE ਆ, ਉਹਦੇ ਉੱਤੇ ਘੰਟੇ ਦਾ $16 ਦਾ ਬੋਝ ਪੈ ਗਿਆ। ਇਨਸਟੈਡ ਇਹਦੇ ਕਿ ਉਹਦੇ ਕੋਲ 4 ਬੰਦੇ ਕੰਮ ਕਰਦੇ ਆ, 4 ਬੰਦਿਆਂ ਦੀ ਉਹਦੇ ਸਟੋਰ ਤੋਂ ਜਾਂ ਉਹਦੇ ਬਿਜ਼ਨਸ ਤੋਂ ਰੋਟੀ ਚੱਲਦੀ ਹੈਗੀ ਆ, ਉਹਨੂੰ ਕੀ ਕਰਨਾ ਪਏਗਾ? ਆਪਣੇ ਖਰਚੇ ਕੰਟਰੋਲ ਕਰਨ ਦੇ ਲਈ ਉਹਨੂੰ ਇੱਕ EMPLOYE ਨੂੰ ਲੇ ਆਫ ਦੇਣੀ ਪਏਗੀ। ਇਨਸਟੈਡ ਇਹਦੇ ਕਿ ਸਾਡੀ ਜਿਹੜੀ ਆਰਥਿਕ ਮੰਦਹਾਲੀ ਦੇ ਦੌਰ ਵੱਲ ਅਸੀਂ ਸਾਰੇ ਵੱਧ ਰਹੇ ਆ, ਅਲਬਰਟਾ ਆਲਰੇਡੀ ਹੈਗਾ ਤੇ ਕੈਨੇਡਾ ਵੱਧ ਰਿਹਾ, ਇੱਕ ਬੰਦਾ ਐਕਸਟਰਾ ਜਿਹੜਾ ਆ ਉਹਨੂੰ ਲੇ ਆਫ ਜਿਹੜੀ ਆ ਉਹ ਹੋ ਚੁੱਕੀ ਹੈਗੀ ਆ। ਹੁਣ ਇਹਦੇ ਨਾਲ ਕੇਸ ਬੇਸ ਤੇ ਐਨਡੀਪੀ ਵਾਲੇ ਇਹ ਕਹਿ ਰਹੇ ਹੈਗੇ ਆ ਕਿ ਅਸੀਂ ਜੀ ਆਰਥਿਕ ਜਿਹੜੀ ਸਥਿਤੀ ਆ ਉਹਨੂੰ ਵਧੀਆ ਕਰ ਸਕਾਂਗੇ। ਅਗਰ ਇੱਕ ਬੰਦਾ ਹਰ EMPLOYE ਜਿਹੜਾ ਆ ਉਹ ਲੇ ਆਫ ਕਰਨ ਲੱਗ ਪਿਆ ਤੇ ਗੱਲ ਕਿੱਥੇ ਜਾ ਕੇ ਮੁੱਕੇਗੀ? ਪਰਮਿੰਦਰ ਸਿੰਘ ਜੀ। ਹਰਪ੍ਰੀਤ ਜੀ, ਅਨਿਆ ਜੀ, ਓਪਨ ਡਿਬੇਟ ਹੈ, ਤੁਸੀਂ ਜਦੋਂ ਮਰਜ਼ੀ ਜੰਪ ਇਨ ਕਰ ਸਕਦੇ ਜੋ। ਹਰਪ੍ਰੀਤ ਜੀ, ਇੱਥੇ ਜਿਹੜਾ ਪੁਆਇੰਟ ਹੈਗਾ ਬਿਲਕੁਲ ਵੈਲਿਡ ਹੈਗਾ, ਪਰ ਅਗੇਨ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਐਨਡੀਪੀ ਪਾਰਟੀ ਵੱਲੋਂ ਪ੍ਰੋਮਿਸ ਕੀਤਾ ਜਾ ਰਿਹਾ ਹੈ
ਕਿ ਜਿਹੜੀਆਂ ਵੀ ਸਮਾਲ ਕਾਰਪੋਰੇਸ਼ਨਸ ਹੈਗੀਆਂ, ਛੋਟੀਆਂ ਕੰਪਨੀਆਂ ਹੈਗੀਆਂ, ਉਹਨਾਂ ਨੂੰ ਸਬਸਿਡੀਜ਼ ਜਾਂ ਉਸ ਨੂੰ ਟੈਕਸ ਬ੍ਰੇਕ ਦੇ ਰੂਪ ਦੇ ਵਿੱਚ ਜਿਹੜਾ ਬੈਨੀਫਿਟ ਆ ਉਹ ਜ਼ਰੂਰ ਦਿੱਤਾ ਜਾਊਗਾ, ਜਿਹਦੇ ਨਾਲ ਉਹ ਆਪਣੇ ਜਿਹੜੇ ਖਰਚੇ ਆ ਉਹ ਕੰਟਰੋਲ ਕਰ ਸਕਦੇ ਆ, ਜਿਹੜੇ ਆਪਣੇ EMPLOYEES ਹੈਗੇ ਉਹਨਾਂ ਨੂੰ ਪੇ ਕਰ ਸਕਦੇ ਆ ਪ੍ਰੋਪਰ ਤਰੀਕੇ ਦੇ ਨਾਲ। ਔਰ ਉਹਦੇ ਨਾਲ ਜਿਹੜੇ ਦੂਸਰੇ ਉਹਨਾਂ ਦੇ ਤੁਸੀਂ ਗੱਲ ਕਰਦੇ ਹੋ ਕਿ ਉਹਨਾਂ ਦੇ ਪ੍ਰੋਡਕਟ ਮਹਿੰਗੇ ਹੋਣਗੇ, ਇਦਾਂ ਦਾ ਪ੍ਰੋਡਕਟ ਮਹਿੰਗੇ ਹੋਣ ਨਾਲ ਮੇਰੇ ਹਿਸਾਬ ਨਾਲ ਮਾਰਕੀਟ ਦੇ ਉੱਤੇ ਵੀ ਇਫੈਕਟ ਪਏਗਾ। ਸੋ ਉਸ ਚੀਜ਼ ਨੂੰ ਕੰਟਰੋਲ ਜਿਹੜਾ ਆ ਬਿਲਕੁਲ ਕੀਤਾ ਜਾਊਗਾ। ਪਰਮਿੰਦਰ ਜੀ, ਇੱਥੇ ਸਵਾਲ ਇਹ ਵੀ ਉੱਠਦਾ ਨਾਲ ਦੀ ਨਾਲ ਕਿ ਜੇ ਆਪਾਂ ਇਹ ਸਰ ਜੇ ਕੈਲਕੂਲੇਸ਼ਨ ਕਰੀਏ ਤੇ ਜਿਹੜੇ ਉਹ ਪੈਸੇ ਦੇਣਗੇ ਉਹ ਕਿੱਥੋਂ ਆਉਣਗੇ? ਅਗਰ ਤੁਹਾਡੇ ਕੋਲ ਅਸੀਂ ਪਹਿਲੇ ਮਾਈਨਸ ਜਾ ਰਹੇ ਹਾਂ, ਡੈਥ ਸਾਡੇ ਚੜੀ ਜਾ ਰਿਹਾ ਹੈਗਾ, ਤੁਸੀਂ ਇੱਕ ਤੇ ਬੰਦੇ ਦੀ ਤਨਖਾਹ ਵਧਾ ਕੇ ਇੱਕ ਬੰਦਾ ਵੈਸੇ ਹੀ ਲਿਓ ਕਰਤਾ, ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਜੀ ਅਸੀਂ ਉਹਨਾਂ ਨੂੰ ਸਬਸਿਡੀ ਕਰਾਂਗੇ, ਕਿੱਥੋਂ ਕਰਾਂਗੇ? ਮੈਨੂੰ ਸਮਝ ਨਹੀਂ ਆਉਣ ਲੱਗੀ। ਤੇ ਰਣਜੀਤ ਜੀ, ਅਸੀਂ ਗੱਲ ਹੋਰ ਇੱਥੇ ਗੌਰ ਕਰ ਸਕਦੇ ਹਾਂ ਜੀ। NDP $15 ਮਿਨੀਮਮ ਵੇਜ, $15 ਨੈਸ਼ਨਲ ਡੇ ਕੇਅਰ ਪ੍ਰੋਗਰਾਮ, $15 ਨੂੰ ਲੈ ਕੇ ਹੀ ਉਹ ਇੰਨਾ ਪ੍ਰਚਾਰ ਜਿਹੜਾ ਕਰ ਰਹੇ ਹਨ। ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਅਸੀਂ ਆਲਰੇਡੀ ਡੈਪ 'ਚ ਹੈਗੇ ਹਾਂ, ਸਾਡੇ ਆਲਰੇਡੀ ਜਿਹੜਾ ਹੈ ਇਕਨੋਮਿਕ ਕ੍ਰਾਈਸਿਸ ਹੈ, ਨੰਬਰ 2 ਅਸੀਂ ਡੈਪ 'ਚ ਹੈਗੇ ਹਾਂ, ਪੈਸਾ ਕਿੱਥੋਂ ਆਏਗਾ? ਕਿੱਥੇ ਸਰਕਾਰ ਨੇ ਆਪਣੀ ਜੇਬ 'ਚ ਦਿੱਤਾ ਦੇਣਾ ਨਹੀਂ ਹੈਗਾ, ਕਿਸੇ ਨਾ ਕਿਸੇ ਤਰੀਕੇ ਨਾਲ ਕੰਜ਼ਿਊਮਰਸ ਤੋਂ ਹੀ ਕੱਢਣਗੇ, ਭਾਵੇਂ ਉਹ ਪ੍ਰੋਡਕਟ ਦੇ ਰੇਟ ਵਧਾ ਦੇਣ, ਭਾਵੇਂ ਉਹ ਟੈਕਸਸ ਵਧਾ ਦੇਣ, ਭਾਵੇਂ ਉਹ ਕਿਸੇ ਲਿਮਿਟਡ ਟੈਕਸ ਵਧਾ ਦੇਣ। ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਇੱਕ ਪੋਲੀਟੀਕਲ ਮੋਟਿਵ ਦੇ ਤੌਰ ਤੇ ਨਹੀਂ ਅਨਾਉਂਸਮੈਂਟ ਕੀਤੀ ਜਾ ਰਹੀ। ਕੀ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਜੋ ਕਿਹਾ ਜਾਂਦਾ ਹੈ ਇਲੈਕਸ਼ਨਸ ਤੋਂ ਬਾਅਦ ਸਟੇਟਮੈਂਟਸ ਬਦਲ ਜਾਂਦੀਆਂ ਹਨ। ਅੱਜ ਤਾਂ ਉਹਨਾਂ ਨੇ $15 ਫੈਡਰਲ ਲੈਵਲ ਤੇ ਕਰਨ ਦੀ ਗੱਲ ਕੀਤੀ ਹੈ, ਤੇ ਫੈਡਰਲ EMPLOYEES ਦੀ ਤਾਂ ਵੈਸੇ ਹੀ ਆਮ ਜਨਤਾ ਤੋਂ, ਖਾਸ ਤੌਰ 'ਤੇ ਜਿਹੜੇ ਟਿਮ ਹਾਰਟਨਸ ਵਰਕਰਸ ਵਗੈਰਾ ਹੈਗੇ, ਉਹਨਾਂ ਤੋਂ ਉਹਨਾਂ ਦੀ ਤਨਖਾਹਾਂ ਵੈਸੇ ਹੀ ਵੱਧ ਹੁੰਦੀਆਂ ਹਨ, ਠੀਕ ਹੈ ਨਾ। ਤੇ ਜੇ ਉਹਨਾਂ ਨੂੰ $15 ਮਿਲਣੀ ਤਾਂ ਉਹਨਾਂ ਤੋਂ ਵੈਸੇ ਹੀ ਅਦਰਵਾਈਜ਼ ਬਾਕੀ ਪਰਕਸ ਨੂੰ ਮਿਲਾ ਕੇ ਵੀ ਬੈਨੀਫਿਟਸ ਨੇ। ਮੈਨੂੰ ਇਹ ਲੱਗਦਾ ਹੈ ਕਿ NDP ਹੁਣ, ਕਿਉਂਕਿ ਯੂਨੀਅਨਸ ਵੱਲੋਂ ਵੀ ਇਹ ਗੱਲ ਚੱਕ ਲਈ ਗਈ ਹੈ, ਮੈਨੂੰ ਸਿਰਫ ਇੰਨਾ ਲੱਗਦਾ ਹੈ ਕਿ NDP $15 ਦਾ ਜਿਹੜਾ ਇਹਨਾਂ ਨੇ ਪ੍ਰਪੋਜ਼ਲ ਦਿੱਤਾ ਹੈਗਾ, ਉਸ ਨਾਲ ਸਿਰਫ ਆਪਣੀ ਜਿਹੜੀ ਵੋਟਾਂ ਨੇ ਉਹ ਬਟੋਰ ਰਹੇ ਹਨ, ਪਰ ਪ੍ਰੈਕਟੀਕਲੀ ਇਹ ਕੈਨੇਡਾ ਵਿੱਚ ਹੁਣ ਉਹਨਾਂ ਦੀ ਇਸ ਸਟੇਟਮੈਂਟ ਤੋਂ ਬਾਅਦ ਵੀ ਖਾਸ ਤੌਰ 'ਤੇ ਇੰਨੀ ਜਲਦੀ ਲਾਗੂ ਨਹੀਂ ਹੋਏਗਾ। ਪ੍ਰੈਕਟੀਕਲੀ ਇਸ ਨੂੰ ਇੰਪਲੀਮੈਂਟ ਕਰਨਾ ਬਹੁਤ ਔਖਾ ਹੈ। ਇੱਥੇ ਹਨੇਆ ਜੀ ਤੁਸੀਂ ਇੱਕ ਗੱਲ ਧਿਆਨ ਜ਼ਰੂਰ ਦਿਓ ਕਿ ਤੁਸੀਂ ਕਹਿ ਰਹੇ ਹੋ ਕਿ ਪ੍ਰੈਕਟੀਕਲੀ ਬਹੁਤ ਔਖਾ ਆ। ਅੱਜ ਮੰਨਦੇ ਪਏ ਹਾਂ ਅਸੀਂ ਕਿ ਆਇਲ ਪ੍ਰਾਈਸਿਸ ਡਾਊਨ ਹੋਣ ਕਰਕੇ ਕੈਨੇਡਾ ਦੀ ਇਕਨੋਮੀ ਵੀ ਖਰਾਬ ਹੈਗੀ ਆ, ਪਰ ਉਹਦੇ ਨਾਲ ਜੇ ਅਸੀਂ ਐਲਬਰਟਾ ਦੀ ਇਕਨੋਮੀ ਦੀ ਗੱਲ ਕਰੀਏ, ਉੱਥੇ ਜਿਹੜੀਆਂ ਬਹੁਤ ਸਾਰੀਆਂ ਜੌਬ ਲਾਸਿਸ ਆਲਰੇਡੀ ਹੋ ਚੁੱਕਾ ਆ। ਸੋ ਉੱਥੇ ਜਿਹੜਾ ਜੌਬ ਲਾਸ ਹੋਇਆ ਉਹ ਆਇਲ ਦੀ ਮਾਰਕੀਟ ਡਾਊਨ ਹੋਣ ਕਰਕੇ ਹੋਇਆ ਆ। ਉੱਥੇ $11 ਕੁਝ ਸੈਂਟ ਜਿਹੜੀ ਉਹਨਾਂ ਦੀ ਪੇ ਹੁਣ ਹੋਈ ਹੈਗੀ ਉਹਦੇ ਕਰਕੇ ਨਹੀਂ ਹੋਇਆ ਹੈਗਾ। ਸੋ ਇਸ ਗੱਲ ਨੂੰ ਅਸੀਂ ਧਿਆਨ ਵਿੱਚ ਰੱਖੀਏ। ਨਹੀਂ, ਪਰ ਪਰਮਿੰਦਰ ਸਿੰਘ ਜੀ, ਇੱਥੇ ਪ੍ਰੋਬਲਮ ਇਹ ਹੈ ਨਾ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ, ਜੌਬ ਲਾਸ ਆਇਲ ਕਰਕੇ ਹੋਇਆ ਵਾ, ਪਰ ਹੁਣ ਤੁਸੀਂ ਇੱਕ ਵਾਰੀ ਤੇ ਰੇਸ ਦੇਤੀ, 2016 ਤੁਸੀਂ ਫਿਰ ਦੋਗੇ। ਬੇਸਿਕਲੀ ਜੋ ਪ੍ਰੈਡਿਕਟ ਕੀਤਾ ਜਾ ਰਿਹਾ 2016 ਤੱਕ ਆਇਲ ਪ੍ਰਾਈਸਿਸ ਵਾਪਸ $100 ਬਾਉਂਸ ਬੈਕ ਨਹੀਂ ਹੋਣੇ, ਜੌਬ ਲਾਸ ਆਲਰੇਡੀ ਹੋ ਚੁੱਕਿਆ ਵਾ। ਜੋ ਰਣਜੀਤ ਜੀ ਨੇ ਐਗਜ਼ਾਮਪਲ ਦਿੱਤਾ ਸੀ, ਜਿਹੜੇ ਕਾਰਪੋਰੇਸ਼ਨਸ ਭਾਵੇਂ ਸਮਾਲ ਹੋਣ ਭਾਵੇਂ ਲਾਰਜ ਕਾਰਪੋਰੇਸ਼ਨ, ਜਿਹੜੇ ਬਿਜ਼ਨਸ ਆ, ਤੁਸੀਂ ਉਹਨਾਂ ਉੱਤੇ ਫਿਰ ਡਾਲਰ ਵਧਾ ਕੇ ਲੋਡ ਪਾਓਗੇ। ਬੇਸਿਕਲੀ ਜਦੋਂ ਕੈਨੇਡਾ ਰਿਸੈਸ਼ਨ 'ਚ ਆ, ਤੁਸੀਂ ਬਿਜ਼ਨਸ ਨੂੰ ਇੱਕ ਸਟ੍ਰੈਸ ਕ੍ਰੀਏਟ ਕਰ ਰਹੇ ਹੋ। ਭਾਵੇਂ ਤੁਸੀਂ ਕਹਿ ਰਹੇ ਜੋ ਕਿ ਅਸੀਂ ਬਾਅਦ 'ਚ ਬਿਜ਼ਨਸ ਨੂੰ ਪਤਾ ਨਹੀਂ ਕੀ ਕਰ ਦਾਂਗੇ, ਮੈਨੂੰ ਨਹੀਂ ਪਤਾ ਕਿ ਤੁਹਾਡੇ ਕੋਲ ਕਿਹੜੀ ਜਾਦੂ ਦੀ ਛੜੀ ਹੈ, ਤੁਸੀਂ ਕਿੱਥੇ ਚਲਾ ਕੇ ਕਾਰਪੋਰੇਸ਼ਨ ਦਾ ਕਿਹੜਾ ਟੈਕਸ ਰਿਲੀਜ਼ ਕਰ ਦੋਗੇ ਜਾਂ ਕੀ ਹੋਰ ਕਰ ਦੋਗੇ। ਆਈ ਡੋਂਟ ਮੈਂ ਉਹਦੇ ਨਾਲ ਤੇ ਐਗਰੀ ਨਹੀਂ ਕਰਦਾ, ਪਰ ਤੁਸੀਂ ਇੱਕ ਵਾਰ ਜਿਹੜਾ ਕਾਰਪੋਰੇਟ ਬਿਜ਼ਨਸ ਓਨਰਸ ਹੈ ਉਹਨੂੰ ਪੈਨਿਕ ਕ੍ਰੀਏਟ ਕਰ ਰਹੇ ਜੋ। ਹਰਪ੍ਰੀਤ ਜੀ, ਇੱਥੇ ਇੱਕ ਨਾਲ ਜਦਕਿ ਤੁਹਾਨੂੰ ਹੈਲਪ ਕਰਨੀ ਚਾਹੀਦੀ ਆ। ਹਰਪ੍ਰੀਤ, ਮੈਂ ਇੱਥੇ ਇੱਕ ਚੀਜ਼ ਥੋੜੀ ਹੋਰ ਨਾਲ ਐਡ ਕਰਦਾ ਕਿ ਚਾਹੇ ਉਹ ਵੱਡੇ ਕਾਰਪੋਰੇਟ ਨੇ, ਚਾਹੇ ਆਇਲ ਕੰਪਨੀਆਂ ਨੇ, ਅਗਰ ਅਸੀਂ $1 ਜਾਂ $2 ਪਰ ਆਵਰ ਜਿਹੜਾ ਵਧਾ ਰਹੇ ਹੈਗੇ ਆ, ਹੁਣ ਜਿਹੜੀ ਆਇਲ ਕੰਪਨੀ ਹੈਗੀ ਉਹਦਾ 1000 ਬੰਦਾ ਹੈ, ਉਸ $1000 ਘੰਟੇ ਦਾ ਪੈ ਗਿਆ ਜੀ। ਉਹਨਾਂ ਨੇ ਐਂਡ ਆਫ ਦਾ ਡੇ ਉਹਨੇ ਪਾਉਣਾ ਕਿਹਦੇ ਸਿਰ ਹੈਗਾ? ਉਹ ਜਿਹੜਾ ਆਇਲ ਹੈ, ਜਿਹੜਾ ਤੇਲ ਸਾਨੂੰ ਮਿਲਣਾ ਉਹ ਸਿਰ ਪੈਣਾ। ਅੱਜ ਆਪਾਂ ਦੇਖ ਰਹੇ ਹਾਂ ਕਿ ਆਲਰੇਡੀ ਜਿਹੜਾ ਹੈਗਾ ਆ ਆਇਲ ਇੰਟਰਨੈਸ਼ਨਲ ਮਾਰਕੀਟ 'ਚ ਉਹਦੀ ਪ੍ਰਾਈਸ ਕੀ ਹੈਗੀ ਆ, ਤੇ ਸਾਡੇ ਪੰਪਾਂ ਤੇ ਉਹਦੀ ਪ੍ਰਾਈਸ ਜਿਹੜੀ ਹੈਗੀ ਉਹ ਕੀ ਮਿਲ ਰਹੀ ਹੈਗੀ ਆ। ਕੀ ਇਹ ਪਹਿਲੀ ਗੱਲ ਤਾਂ ਇਹ ਸਾਫ਼ ਹੈਗਾ, ਅਗਰ ਡਾਲਰ ਵਧਾਉਂਦੇ ਰਹੇ ਇਸੇ ਤਰ੍ਹਾਂ ਤਾਂ ਮੇਰੇ ਖਿਆਲ 'ਚ ਉਹ ਦਿਨ ਦੂਰ ਨਹੀਂ ਜਿਹੜੇ EMPLOYEE ਕੋਲ ਅੱਜ 5 EMPLOYEE ਹੈਗੇ ਆ, 5 ਬੰਦੇ ਕੰਮ ਕਰਦੇ ਆ, 1-2 ਸਾਲਾਂ ਦੇ ਵਿੱਚ ਸ਼ਾਇਦ ਉਹ ਆਪਣੀ ਪੂਰੀ ਫੈਮਿਲੀ ਨਾਲ ਹੀ ਕੰਮ ਕਰੇਗਾ। ਬਾਕੀ EMPLOYEE ਨੂੰ ਉਹ ਕਹੇਗਾ ਜੀ ਆਮ ਸੌਰੀ ਕਿ ਮੈਂ ਤੁਹਾਨੂੰ ਫੋਨ ਨਹੀਂ ਕਰ ਸਕਦਾ ਕਰਕੇ। ਜਿਹੜੀ NDP ਆ, ਇਹਨਾਂ ਨੇ ਜਿਹੜੇ ਵਾਅਦੇ ਕੀਤੇ ਹੋਏ ਹੈਗੇ ਆ, ਤੁਸੀਂ ਉਹਨਾਂ ਵਾਅਦਿਆਂ ਨੂੰ ਵੋਟ ਪਾਈ ਸੀ ਤੇ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ, ਮੇਰੇ ਕੋਲ ਇੰਨਾ ਪ੍ਰੋਫਿਟ ਨਹੀਂ ਹੈਗਾ ਕਿ ਮੈਂ ਤੁਹਾਨੂੰ ਕੀਪ ਰੱਖ ਸਕਾਂ। ਫਿਰ NDP ਜਿਹੜੀ ਆ, ਜਿਹੜੇ ਬੰਦੇ ਨੂੰ ਅਨਪਲੋਇਮੈਂਟ ਦੇਣੀ ਪਏਗੀ, ਉਹਨਾਂ ਲਈ ਪੈਸਾ ਲੈ ਕੇ ਆਉਣਾ ਪਏਗਾ, ਉਹਨਾਂ ਦੇ ਹੋਰ ਪ੍ਰੋਗਰਾਮ ਉਹ ਸ਼ੁਰੂ ਕਰ ਬਣਗੇ। ਉਹ ਪੈਸਾ ਆਏਗਾ ਕਿੱਥੋਂ? ਇਹਦੇ ਬਾਰੇ ਤੇ NDP ਨੇ ਕੋਈ ਗੱਲ ਨਹੀਂ ਕੀਤੀ। ਰਣਜੀਤ ਜੀ, ਬਿਲਕੁਲ NDP ਕੋਲ ਪਲਾਨਸ ਹੈਗੇ ਆ, ਅਜੇ ਤੱਕ ਉਹਨਾਂ ਨੇ ਆਪਣੇ ਪਲਾਨ ਜਿਹੜੇ ਆ ਉਹ ਬਾਹਰ ਨਹੀਂ ਕੱਢੇ ਹੈਗੇ। ਅਗਰ ਜਿਹੜਾ ਆਇਲ ਦੀ ਪ੍ਰਾਈਸ ਹੈਗੀ ਆ ਉਹ ਪ੍ਰੈਡਿਕਟ ਕੀਤਾ ਜਾ ਰਿਹਾ 2017 ਤੱਕ ਰੀਬਾਉਂਸ ਹੋਣੇ ਆ। ਸੋ ਅਜੇ ਤੱਕ ਕੋਈ ਵੀ ਰੀਬਾਉਂਸਿੰਗ ਦੀ ਅਸੀਂ ਉਮੀਦ ਵੀ ਨਾ ਲਗਾਈਏ
ਕਿ ਅਗਲੇ ਸਾਲ ਤੱਕ ਜਿਹੜੀ ਇਹ ਪ੍ਰਾਈਸ ਜਿਹੜੀ ਹੈਗੀ ਆ ਉਹ ਰੀਬਾਊਂਸ ਹੋ ਜਾਊਗੀ। ਪਰ ਮੇਰੇ ਹਿਸਾਬ ਦੇ ਨਾਲ ਜਿਹੜੀ ਵੀ ਰੇਜ਼ ਕੀਤੀ ਜਾਊਗੀ, ਜਿਹੜੇ ਵੀ ਪੈਸੇ ਵਧਾਏ ਜਾਣਗੇ ਉਹ ਮਾਰਕੀਟ ਦੀ ਸਿਚੁਏਸ਼ਨ ਨੂੰ ਦੇਖ ਕੇ ਹੀ ਵਧਾਏ ਜਾਣਗੇ। ਇਦਾਂ ਨਹੀਂ ਹੈਗਾ ਕਿ ਹਾਂ ਜੀ ਮਾਰਕੀਟ ਜਿੱਥੇ ਮਰਜ਼ੀ ਜਾਂਦੀ ਪਈ ਆ। ਸੌਰੀ ਤੁਸੀਂ ਇੱਥੇ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਪੈਸੇ ਮਾਰਕੀਟ ਦੇਖ ਕੇ ਵਧਾਏ ਜਾਣਗੇ, ਅਗਰ ਮਾਰਕੀਟ ਅਲਾਉ ਨਹੀਂ ਕਰੇਗੀ ਤੇ ਫਿਰ ਜਿਹੜੇ ਪੈਸੇ ਨਹੀਂ ਵਧਾਏ ਜਾਣਗੇ, ਇਟ ਮੀਨਸ ਤੁਸੀਂ ਲੋਕਾਂ ਨੂੰ ਧੋਖਾ ਕਰ ਰਹੇ ਹੋ, ਲੋਕਾਂ ਨੂੰ ਗਲਤ ਕਨਫਿਊਜ਼ਨ ਦੇ ਰਹੇ ਹੋ। ਤੁਸੀਂ ਇਹ ਤੇ ਕਿਤੇ ਕਹਿ ਨਹੀਂ ਰਹੇ ਰਣਜੀਤ ਜੀ, ਗੱਲ ਹੈਗੀ ਹੈ ਟਾਰਗੇਟ ਦੀ। ਇੱਕ ਟਾਰਗੇਟ ਰੱਖਿਆ ਗਿਆ ਹੈ, ਉਸ ਨੂੰ ਅਚੀਵ ਕਰਨ ਲਈ ਕੋਸ਼ਿਸ਼ ਕੀਤੀ ਜਾਊਗੀ। ਸੋ ਅਗਰ ਅਲਾਉ ਕਰਦੀ ਪਈ ਆ ਮਾਰਕੀਟ ਤਾਂ ਹੀ ਉਹਦੇ ਉੱਤੇ ਜਿਹੜਾ ਕੰਮ ਕੀਤਾ ਜਾ ਸਕਦਾ ਆ। ਅਗਰ ਹੁਣ ਮਾਰਕੀਟ ਅਲਾਉ ਹੀ ਨਹੀਂ ਕਰਦੀ ਵੀ, ਤੁਸੀਂ ਕਿੱਦਾਂ ਜਾ ਕੇ ਜੰਪ ਕਰ ਸਕਦੇ ਹੋ ਇੱਕਦਮ ਉਹਦੇ ਉੱਤੇ? ਤਾਂ ਫਿਰ ਜੇ ਤੁਸੀਂ ਆਪਣੇ ਪਲਾਨਸ ਬਾਰੇ ਸ਼ੋਰ ਨਹੀਂ ਹੈ ਕਿ ਇਸ ਦਾ ਮਤਲਬ एनडीपी पार्टी इज श्योर, ठीक है, पर मेरा पॉइंट रखने का सिर्फ ਤੁਸੀਂ ਮਿਨੀਮਮ ਵੇਜ ਦੇਣ ਨੂੰ ਇੰਪਲੀਮੈਂਟ ਮਿਨੀਮਮ 15 ਇੰਪਲੀਮੈਂਟ ਕਰਨ ਦੇ ਵਿੱਚ ਕਦਮ ਆਲਰੇਡੀ ਚੁੱਕਿਆ ਗਿਆ। ਇਹ ਨਹੀਂ ਪਤਾ ਕਿ ਤੁਸੀਂ ਉਸ ਨੂੰ ਹਰਨਿਆ ਜੀ, ਰਣਜੀਤ ਜੀ, ਪਰਮਿੰਦਰ ਸਿੰਘ ਜੀ, ਆਪਾਂ ਗੱਲ ਅੱਗੇ ਲੈ ਕੇ ਚੱਲਦੇ ਹਾਂ। ਆਲਰੇਡੀ ਇੱਕ ਕਦਮ ਜਿਹੜਾ ਆ ਉਹ ਪਰਮਿੰਦਰ ਸਿੰਘ ਜੀ, ਆਪਾਂ ਗੱਲ ਅੱਗੇ ਵਧਾਉਂਦੇ ਆ ਤੇ ਚਲੋ $15 ਦੀ ਗੱਲਬਾਤ ਕਾਫੀ ਹੋ ਗਈ। ਮੈਂ ਉਮੀਦ ਕਰਦਾ ਵਾਂ ਕਿ ਇਤੋਂ ਦਰਸ਼ਕਾਂ ਨੂੰ ਕੁਛ ਨਾ ਕੁਛ ਸਮਝ ਆਇਆ ਹੋਊਗਾ। ਅਗਲਾ ਕੁਐਸਚਨ ਮੇਰਾ ਇਹ ਆ, ਜੇ ਲਾਸਟ ਥਰਸਡੇ ਤੋਂ ਆਪਾਂ ਵੇਖੀਏ ਜਿਹੜੇ ਪੋਲਸ ਆ ਰਹੇ ਨੇ ਉਹ 'ਚ ਐਨਡੀਪੀ ਦੇ ਨੰਬਰ ਥੱਲੇ ਜਾ ਰਹੇ ਨੇ, ਖਾਸ ਕਰਕੇ ਜੇ ਓਨਟਾਰੀਓ ਦੀ ਗੱਲ ਕਰੀਏ ਤੇ ਉੱਥੇ ਐਨਡੀਪੀ ਦੇ ਨੰਬਰ ਥੱਲੇ ਗਏ ਨੇ, ਲਿਬਰਲ ਦੇ ਨੰਬਰ ਉੱਤੇ ਗਏ ਨੇ। ਜੇ ਆਪਾਂ ਬੀਸੀ ਦੀ ਗੱਲ ਕਰੀਏ, ਇੱਕ ਮਿੰਟ ਰਣਜੀਤ ਸਿੰਘ ਜੀ, ਜੇ ਬੀਸੀ ਦੀ ਗੱਲ ਕਰੀਏ ਉੱਥੇ ਵੀ ਐਨਡੀਪੀ ਦੇ ਨੰਬਰ ਥੱਲੇ ਗਏ ਨੇ ਤੇ ਪਰ ਉੱਥੇ ਨਾ ਕੋਈ ਫਾਇਦਾ ਮਿਲਿਆ ਵਾ ਕੰਜ਼ਰਵੇਟਿਵ, ਨਾ ਕੋਈ ਫਾਇਦਾ ਮਿਲਿਆ ਵਾ ਲਿਬਰਲ ਨੂੰ, ਉੱਥੇ ਥੋੜਾ ਬਹੁਤ ਫਾਇਦਾ ਗ੍ਰੀਨ ਪਾਰਟੀ ਨੂੰ ਵੇਖਣ ਨੂੰ ਮਿਲਿਆ ਵਾ। ਪਰਮਿੰਦਰ ਸਿੰਘ ਜੀ, ਜੇ ਤੁਹਾਡੀਆਂ ਪਾਲਿਸੀਆਂ ਇੰਨੀਆਂ ਹੀ ਸਹੀ ਆ, ਜੇ ਤੁਹਾਨੂੰ ਲੱਗਦਾ ਕਿ ਅਸੀਂ ਜੋ ਗੱਲ ਕਰ ਰਹੇ ਸਹੀ ਆ, ਕੀ ਕਾਰਨ ਹੈ ਜਿਹੜੇ ਤੁਹਾਡੇ ਪੋਲਸ ਲਾਸਟ ਕੁਝ ਸਮੇਂ ਤੋਂ ਉੱਤੇ ਹੀ ਜਾ ਰਹੇ ਸੀ, ਹੁਣ ਜਿੱਦਾਂ ਇਲੈਕਸ਼ਨ ਕੋਲ ਆ ਰਹੀ ਆ ਉਹ ਪੋਲ ਥੱਲੇ ਜਾ ਰਹੇ ਨੇ? ਹਰਪ੍ਰੀਤ ਜੀ, ਇਹਦੇ ਨਾਲ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਐਨਡੀਪੀ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਘੱਟ ਪਪੂਲਰ ਹੋ ਗਈਆਂ ਆ। ਇੱਥੇ ਨਹੀਂ, ਪਰ ਰਿਸੈਸ਼ਨ ਕਰਕੇ ਕਿਤੇ ਫਰਕ ਪੈ ਗਿਆ ਹੋਵੇ? ਹਰਪ੍ਰੀਤ ਜੀ, ਸਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਰਿਸੈਸ਼ਨ ਜਿਹੜਾ ਹੈ ਆਲਰੇਡੀ ਅਨਾਉਂਸ ਹੋ ਚੁੱਕਾ ਹੈ ਇੱਕ ਤਰੀਕੇ ਦਾ। ਮੈਂ ਉਹੀ ਕਹਿ ਰਿਹਾ ਨਾ, ਇਹ ਜਿਹੜੇ ਪੋਲ ਆਏ ਨੇ ਉਸ ਤੋਂ ਬਾਅਦ ਹੀ ਆਏ ਨੇ, ਅਜੇ ਤੱਕ ਕਿਤੇ ਵੀ ਐਨਡੀਪੀ ਦੇ ਪੋਲ ਥੱਲੇ ਨਹੀਂ ਆਏ ਸੀ। ਰਿਸੈਸ਼ਨ ਦੇ ਨਿਊਜ਼ ਆਉਣ ਤੋਂ ਬਾਅਦ ਅਤੇ ਜਿਹੜੀ ਕੈਲਗਰੀ ਫੁਟਹਿਿਲਸ ਇਲੈਕਸ਼ਨ ਹੋਈ ਆ ਜਿਸ ਕੀ ਵਾਈਲਡ ਰੋਜ਼ ਨੇ ਜਿੱਤੀ, ਐਨਡੀਪੀ ਹਾਰੀ ਆ, ਤੇ ਸੇਮ ਇਲੈਕਸ਼ਨ ਇੱਕ ਆਪਣੇ ਓਨਟਾਰੀਓ ਵਿੱਚ ਹੋਈ ਸੀ ਜਿੱਥੇ ਕਿ ਪੀਸੀ ਦੇ ਪੈਟਰਿਕ ਬਰਾਊਨ ਜਿੱਤੇ ਨੇ। ਇਹ ਜਿਹੜੀ ਪੋਲਸ ਆਏ ਨੇ ਇਹਨਾਂ ਸਾਰੀ ਨਿਊਜ਼ਾਂ ਤੋਂ ਬਾਅਦ ਆਏ ਨੇ। ਹਰਪ੍ਰੀਤ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ, ਇਹ ਪੋਲਸ ਉਸ ਤੋਂ ਬਾਅਦ ਆਏ ਹੈਗੇ ਆ। ਲੇਕਿਨ ਇੱਕ ਚੀਜ਼ ਵੱਲ ਸਾਨੂੰ ਜਿਹੜਾ ਧਿਆਨ ਦੇਣਾ ਚਾਹੀਦਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਐਨਡੀਪੀ ਦੀਆਂ ਪਾਲਿਸੀਜ਼ ਘੱਟ ਪਪੂਲਰ ਹੋ ਗਈਆਂ ਆ। ਇੱਥੇ ਜਿਹੜਾ ਇਹ ਸਮਝਦਾ ਹੈ ਕਿ ਲਿਬਰਲ ਦੀਆਂ ਪਾਲਿਸੀਜ਼ ਜਿਹੜੀਆਂ ਉਹ ਜ਼ਿਆਦਾ ਪਪੂਲਰ ਹੋ ਰਹੀਆਂ ਆ। ਇੱਥੇ ਇਸ ਚੀਜ਼ ਨੂੰ ਲੈਣਾ ਚਾਹੀਦਾ ਆ। ਐਨਡੀਪੀ ਦੀਆਂ ਪਾਲਿਸੀਜ਼ ਉਹੀ ਚੱਲਦੀਆਂ ਪਈਆਂ ਆ, ਉਹਨਾਂ ਨੇ ਕੋਈ ਚੇਂਜ ਤਾਂ ਕਰ ਨਹੀਂ ਲਈਆਂ ਹੈਗੀਆਂ। ਇੱਥੇ ਸਿਰਫ ਇਹ ਹੈ ਕਿ ਜਿਹੜੀ ਲਿਬਰਲ ਪਰ ਇੱਥੇ ਕਿਤੇ ਇਹ ਤੇ ਨਹੀਂ ਕਿਉਂਕਿ ਅਸੀਂ ਰਿਸੈਸ਼ਨ 'ਚ ਆ ਤੇ ਕਿਤੇ ਕੈਨੇਡੀਅਨਸ ਨੂੰ ਲੱਗਦਾ ਹੈ ਕਿ ਐਨਡੀਪੀ ਐਂਟੀ ਬਿਜ਼ਨਸ ਆ ਤੇ ਸ਼ਾਇਦ ਜੇ ਰਿਸੈਸ਼ਨ ਵਿੱਚ ਇਹ ਪਾਰਟੀ ਸਹੀ ਨਹੀਂ ਆ ਤੇ ਅਸੀਂ ਕੀ ਹੋਰ ਪਾਰਟੀ ਨੂੰ ਵੱਲ ਵੇਖੀਏ। ਨਹੀਂ ਹਰਪ੍ਰੀਤ ਜੀ, ਇਦਾਂ ਮੈਂ ਇਹ ਚੀਜ਼ ਨਹੀਂ ਇੱਥੇ ਫੀਲ ਕਰਦਾ। ਪੋਲਸ ਦੇ ਵਿੱਚ ਜਿਹੜੀ ਇੱਕ ਚੀਜ਼ ਅਸੀਂ ਫੀਲ ਕਰ ਸਕਦੇ ਹਾਂ ਉਹ ਜਾਂ ਦੇਖ ਸਕਦੇ ਹਾਂ ਉਹ ਇਹੀ ਆ ਕਿ ਜਿਹੜੀ ਵੀ ਪਾਰਟੀ ਦੀਆਂ ਪਾਲਿਸੀਜ਼ ਹੈਗੀਆਂ ਉਹ ਇਫੈਕਟ ਕਰਦੀਆਂ ਪਈਆਂ। ਉਸ ਤੋਂ ਬਾਅਦ ਐਡਵਰਟਾਈਜ਼ ਵੀ ਜਿਹੜੇ ਕੀਤਾ ਜਾ ਰਿਹਾ ਹੈ। ਇਵਨ ਪਿੱਛੇ ਜਿਹੜੀਆਂ ਇੱਕ ਹੋਰ ਵੀ ਪੋਲ ਆਇਆ, ਅਗਰ ਤੁਹਾਨੂੰ ਉਹਦੇ ਬਾਰੇ ਪਤਾ ਹੋਵੇ, ਉਹਦੇ ਵਿੱਚ ਇਹ ਕਿਹਾ ਗਿਆ ਕਿ ਜਸਟਿਨ ਟਰੂਡੋ ਦੇ ਜਿਹੜੇ ਪਰਸਨਲ ਪੋਲਸ ਹੈਗੇ ਆ ਉਹ ਵੀ ਕਾਫੀ ਉੱਪਰ ਗਏ ਆ। ਸੋ ਲੋਕਾਂ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਹੀ ਇਜ਼ ਨਾਟ ਰੈਡੀ। ਸੋ ਹੁਣ ਕਈ ਪੋਲਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਉਸ ਨੂੰ ਬਹੁਤ ਜ਼ਿਆਦਾ ਲਾਈਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਹੀ ਇਜ਼ ਸਟਿਲ ਨਾਟ ਰੈਡੀ। ਜਸਟਿਨ ਟਰੂਡੋ ਤੇ ਐਨਡੀਪੀ ਦੇ ਲੀਡਰ ਨਹੀਂ ਹੈਗੇ ਨਾ, ਜੇ ਐਨਡੀਪੀ ਦੇ ਲੀਡਰ ਤਾਂ ਹੀ ਦੇਖੋ ਲੋਕਾਂ ਲਾਈਕ ਕਰ ਰਹੇ ਆ, ਪਰ ਉਹ ਐਨਡੀਪੀ ਦੇ ਲੀਡਰ ਨਹੀਂ ਹੈਗੇ। ਹਰਪ੍ਰੀਤ ਜੀ, ਅਗਰ ਇੱਕ ਪਾਰਟੀ ਦੇ ਪੋਲ ਉੱਪਰ ਜਾਣਗੇ ਡੈਫੀਨਿਟਲੀ ਹੁਣ ਕਿਸੇ ਪਾਰਟੀ ਦੇ ਪੋਲ ਦੇ ਥੱਲੇ ਆਣਾ ਹੀ ਆ। ਸੋ ਅਗਰ ਪਰ ਮੈਂ ਤਾਂ ਗੱਲ ਕਰ ਰਿਹਾ, ਤੁਹਾਨੂੰ ਕੀ ਨੁਕਸਾਨ ਹੋ ਰਿਹਾ ਤੁਹਾਡੇ ਤੇ? ਟੌਮ ਮਲਕੇਰ ਜੋ ਨੇ, ਜੇ ਆਪਾਂ ਪ੍ਰਾਈਮ ਮਿਨਿਸਟਰ ਦੇ ਪੋਲ ਵੇਖੀਏ, ਮੋਸਟਲੀ ਕੈਨੇਡੀਅਨ ਸਮਝਦੇ ਆ ਕਿ ਟੌਮ ਮਲਕੇਰ ਇਜ਼ ਅ ਪਰਫੈਕਟ ਪਰਸਨ। ਜ਼ਿਆਦਾ ਵੋਟਾਂ ਟੌਮ ਮਲਕੇਰ ਨੂੰ ਗਈਆਂ ਸੀ। ਤੁਹਾਡੇ ਕੋਲ ਤੇ ਸਟਰੋਂਗ ਕੈਂਡੀਡੇਟ ਹੈ, ਫਿਰ ਤੁਹਾਡੇ ਪੋਲ ਕਿਉਂ ਪਹਿਲੀ ਵਾਰ ਥੱਲੇ ਜਾ ਰਹੇ ਨੇ?
ਮੈਨੂੰ ਲੱਗਦਾ ਹੈ ਕਿ ਇਲੈਕਸ਼ਨਸ ਦੀ ਗਰਮਾ ਗਰਮੀ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੂੰ ਇਹ ਗੱਲ ਫੈਲਾਈ ਗਈ ਜਾਂ ਇਹ ਗੱਲ ਕਾਫੀ ਜ਼ਿਆਦਾ ਮੀਡੀਆ ਵਿੱਚ ਰਹੀ ਹੈ ਕਿ ਜਸਟਿਨ ਟਰੂਡੋ ਜੋ ਕਿ ਹਨ ਉਹ ਬਿਲਕੁਲ ਰੈਡੀ ਨਹੀਂ ਹਨ ਨੈਕਸਟ ਪ੍ਰਾਈਮ ਮਿਨਿਸਟਰ ਬਣਨ ਲਈ, ਤੇ ਉਸ ਤੋਂ ਇਲਾਵਾ ਹਾਰਪਰ ਸਰਕਾਰ ਤਾਂ ਵੈਸੇ ਹੀ ਸਾਰਿਆਂ ਨੂੰ ਬਦਲਾਅ ਦੀ ਜਿਹੜੀ ਸੀਗੀ ਉਮੀਦ ਸੀਗੀ ਉਹ ਵੈਸੇ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਸੀ। ਤਾਂ ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਐਨਡੀਪੀ ਜਿਹੜੀ ਸੀਗੀ ਉਹ ਬਾਈ ਡਿਫਾਲਟ ਹੀ ਨਾ ਵਿਨਿੰਗ ਨੰਬਰ ਤੇ ਆ ਰਹੀ ਸੀ। ਹੁਣ ਮੈਨੂੰ ਲੱਗਦਾ ਹੈ ਕਿ ਜਿਵੇਂ $15 ਮਿਨੀਮਮ ਵੇਜ ਦੀ ਗੱਲ ਕਰਕੇ ਉਸ ਤੋਂ ਬਾਅਦ ਜਿਹੜੀ ਹਾਲ ਹੀ 'ਚ ਕੰਟਰੋਵਰਸੀ ਸਾਹਮਣੇ ਆਈ ਉਸ ਨੂੰ ਦੇ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਨਹੀਂ ਲੱਗਦਾ ਕਿ ਐਨਡੀਪੀ ਦੀ ਜਿਹੜੀਆਂ ਪਾਲਿਸੀ ਸੁਜੈਸਟ ਕੀਤੀਆਂ ਗਈਆਂ ਨੇ ਉਸ ਤੋਂ ਪੂਰੀ ਤਰ੍ਹਾਂ ਹੁਣ ਲੋਕ ਸਹਿਮਤ ਹਨ। ਸ਼ਾਇਦ ਉਹ ਉਹਨਾਂ ਦੀ ਪਾਲਿਸੀਜ਼ ਨੂੰ ਹੁਣ ਹੌਲੇ ਕੰਟੈਂਪਲੇਟ ਕਰ ਰਹੇ ਹਨ ਤੇ ਉਹਨੂੰ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਆਪਣਾ ਜਿਹੜਾ ਇੰਟਰਸਟ ਹੈ ਜਾਂ ਆਪਣਾ ਜਿਹੜਾ ਧਿਆਨ ਹੈ ਉਹ ਟਰੂਡੋ ਵੱਲ ਕਰਨ। ਪਰ ਇੰਨਾ ਜ਼ਰੂਰ ਹੈ ਕਿ ਕੰਜ਼ਰਵੇਟਿਵਸ ਦਾ ਜਿਹੜਾ ਹੈ ਇਸ ਟਾਈਮ ਮਤਲਬ ਬਿਲਕੁਲ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਕਾਫੀ ਵੀਕ ਹੋਈ ਪਈ ਹੈ। ਤੇ ਮੈਨੂੰ ਲੱਗਦਾ ਹੈ ਕਿ ਜੇ ਯੂਨੀਅਨਸ ਦੀ ਆਪਾਂ ਗੱਲ ਕਰੀਏ ਤੇ ਯੂਨੀਅਨਸ ਇਸ ਚੀਜ਼ ਨੂੰ ਬਿਲਕੁਲ ਡਿਸਾਈਡ ਨਹੀਂ ਕਰ ਸਕਦੀਆਂ ਇਸ ਪੁਆਇੰਟ ਇਨ ਟਾਈਮ ਤੇ ਕਿ ਕਿਹੜੀ ਪਾਰਟੀ ਉਹਨਾਂ ਦੀ ਲਾਭਦਾਇਕ ਸਾਬਤ ਹੋਏਗੀ। ਇਸ ਲਈ ਬਿਲਕੁਲ ਸਵਾਲ ਨਹੀਂ ਖੜਾ ਹੁੰਦਾ ਕਿ ਕਿਹੜੀ ਪਾਰਟੀ ਨੂੰ ਉਹ ਮਤਲਬ ਕਿ ਉਹਨਾਂ ਦੇ ਅਗੇਂਸਟ ਉਹ ਬੋਲਣ ਤੇ ਉਹਨਾਂ ਦੇ ਅਗੇਂਸਟ ਉਹ ਨਾ ਬੋਲਣ। ਇੱਥੇ ਗੱਲ ਵੀ ਬਹੁਤ ਜ਼ਰੂਰੀ ਹੈਗੀ ਆ ਕਿ ਜਿਸ ਤਰ੍ਹਾਂ ਕਿ ਆਪਣੀ ਗੱਲਬਾਤ ਕਰ ਰਹੇ ਆਪਾਂ ਅਲਬਰਟਾ ਦੇ ਵਿੱਚ ਐਨਡੀਪੀ ਨੇ ਐਡੇ ਪ੍ਰੋਮਿਸ ਕਰਤੇ ਸੀ ਕਿ ਜੀ ਅਸੀਂ ਆਉਂਦੇ ਪਹਿਲੇ ਦਿਨ ਆਫਿਸ 'ਚ ਜਾਵਾਂਗੇ, ਅਸੀਂ ਆਹ ਕੱਟ ਲਾ ਦਾਂਗੇ, ਅਸੀਂ ਇੱਥੋਂ ਪੈਸਾ ਬਚਾ ਲਾਂਗੇ, ਅਸੀਂ ਹੋਰ ਕਰਜ਼ਾ ਨਹੀਂ ਚੱਕਾਂਗੇ, ਅਸੀਂ ਆਹ ਕਰਾਂਗੇ। ਉਸ ਤੋਂ ਬਾਅਦ ਤੁਸੀਂ ਖੁਦ ਰਹਿੰਦੇ ਹੋ ਕੈਲਗਰੀ ਦੇ ਵਿੱਚ, ਤੁਹਾਨੂੰ ਪਤਾ ਹੋਏਗਾ ਕਿ ਇਸ ਵਕਤ ਜਿਹੜਾ ਡੈਥ ਹੈ ਉਹ ਵੱਧ ਰਿਹਾ ਜਾਂ ਘਟ ਰਿਹਾ, ਜਾਂ ਇਹਨਾਂ ਨੇ ਬਿਲਕੁਲ ਆਪਣੀਆਂ ਫਜ਼ੂਲ ਸਟਾਪਿੰਗ ਜਿਹੜੀਆਂ ਉਹ ਬਿਲਕੁਲ ਸਟਾਪ ਕਰਤੀਆਂ ਜਾਂ ਉਹਦੇ ਵਿੱਚ ਇਨਕਰੀਜ਼ ਹੋਇਆ। ਕਿਤੇ ਨਾ ਕਿਤੇ ਜਿਹੜੀ ਹੁਣ ਇਲੈਕਸ਼ਨ ਵੀ ਹੋ ਕੇ ਹਟੀ ਆ ਉਹ ਵਾਈਡ ਰੋ ਜਿੱਤੀ ਹੈਗੀ ਆ। ਪਹਿਲਾਂ ਕਿਹਾ ਗਿਆ ਸੀ ਕਿ ਪੀਸੀ ਪਾਰਟੀ ਦੇ ਖਿਲਾਫ ਲੋਕ ਲਹਿਰ ਸੀ, ਉਹਦੇ ਐਨਡੀਪੀ ਨੂੰ ਫਾਇਦਾ ਮਿਲ ਗਿਆ। ਪਰ ਹੁਣ ਜਿਹੜੀ ਇੱਕੋ ਇੱਕ ਇਲੈਕਸ਼ਨ ਹੋਈ ਆ ਵਾਈਲਡ ਰੋਜ਼ ਦੇ ਵਿੱਚ, ਉਹਦਾ ਫਾਇਦਾ ਜਿਹੜਾ ਆ ਉਹ ਵਾਈਲਡ ਰੋਜ਼ ਨੂੰ ਕਿਉਂ ਮਿਲਿਆ? ਕਿਉਂਕਿ ਜਿਹੜੀ ਐਨਡੀਪੀ ਪਾਰਟੀ ਆ ਉਹ ਵੀ ਲੋਕਾਂ ਦੀਆਂ ਉਮੀਦਾਂ ਨੇ, ਲੋਕਾਂ ਨੇ ਦੇਖ ਲਿਆ ਇੰਨੀ ਚਿਰ ਦੀ ਕਿ ਭਾਈ ਇਹ ਕਹਿੰਦੇ ਕੁਛ ਆ, ਇਹ ਕਰਦੇ ਕੁਛ ਆ, ਪਾਲਿਸੀ ਪੇਪਰ ਤੇ ਕੁਛ ਹੋ ਰਿਹਾ, ਲਾਗੂ ਇੰਪਲੀਮੈਂਟ ਜਿਹੜੀਆਂ ਨੇ ਉਹ ਕੁਛ ਹੋਰ ਕੀਤੀਆਂ ਜਾ ਰਹੀਆਂ ਨੇ। ਇਹਦਾ ਕਿਤੇ ਨਾ ਕਿਤੇ ਨੁਕਸਾਨ ਨਾ ਕਿ ਸਿਰਫ ਇਕੱਲੇ ਅਲਬਰਟਾ ਦੇ ਵਿੱਚ, ਪੂਰੇ ਕੈਨੇਡਾ ਦੇ ਵਿੱਚ, ਚਾਹੇ ਉਹ ਟੌਮ ਕੇਅਰ ਨੇ ਜਾਂ ਜਿਹੜੇ ਵੀ ਐਨਡੀਪੀ ਦੇ ਹੋਰ ਕੈਂਡੀਡੇਟ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਹੋਏਗਾ। ਕਿਉਂਕਿ ਜਿੱਦਾਂ ਇਲੈਕਸ਼ਨ ਲੱਗ ਜਾਂਦੀਆਂ ਕੋਈ ਨਾ ਕੋਈ ਚੀਜ਼ ਇਹਨਾਂ ਦੀ ਇਹੋ ਜਿਹੀ ਬਾਹਰ ਆਉਂਦੀ ਜਾਂਦੀ ਆ ਕਿ ਲੋਕ ਦਾ ਜਿਹੜਾ ਮੂੰਹ ਆ ਉਹ ਟੌਮ ਕੇਅਰ ਤੋਂ ਭੰਗ ਹੁੰਦਾ ਜਾ ਰਿਹਾ। ਇਸ ਚੀਜ਼ ਨੂੰ ਐਡਮਿਟ ਕਰ ਲੈਣਾ ਚਾਹੀਦਾ ਐਨਡੀਪੀ ਵਾਲਿਆਂ ਨੂੰ ਕਿ ਸਾਡੀਆਂ ਜਿਹੜੀਆਂ ਪਾਲਿਸੀਜ਼ ਨੇ ਸਾਨੂੰ ਉਹਨੂੰ ਰਿਵਿਊ ਕਰਨ ਦੀ ਲੋੜ ਆ, ਨਾ ਕਿ ਅਸੀਂ ਯੂਨੀਅਨ ਨੂੰ ਨਾਲ ਲੈ ਕੇ ਜੀ ਕਿ ਅਸੀਂ ਤੁਹਾਡੇ ਵਰਕਰਾਂ ਦੇ 15 ਕਰ ਦਾਂਗੇ, ਅਸੀਂ 18 ਕਰ ਦਾਂਗੇ, ਇੱਕ ਲੋਲੀਪੌਪ ਦਿਖਾ ਕੇ ਬਾਅਦ ਚ ਕਹਿੰਦਾ ਜੀ ਕਿ ਵੀ ਆਰ ਸੌਰੀ ਸਾਡੇ ਕੋਲ ਮਾਰਕੀਟ ਸਾਨੂੰ ਅਲਾਉ ਨਹੀਂ ਸੀ ਕਰਦੀ, ਆਹ ਨਹੀਂ ਕਰਦੀ। ਕਿਤੇ ਨਾ ਕਿਤੇ ਜਿਹੜੀ ਇਹ ਚੀਜ਼ਾਂ ਮੇਰੇ ਖਿਆਲ ਸ਼ਾਇਦ ਲੋਕਾਂ ਨੂੰ ਸਮਝ ਲੱਗਣ ਲੱਗ ਪਈ ਆ ਪੂਰੇ ਕੈਨੇਡਾ ਦੇ ਵਿੱਚ ਕਿ ਜਿਹੜੀ ਪਾਲਿਸੀਜ਼ ਪੇਪਰ ਦੇ ਉੱਪਰ ਨੇ ਕੀ ਉਹ ਰਿਐਲਿਟੀ ਨਾਲ ਮੈਚ ਕਰਦੀਆਂ ਨੇ। ਮੇਰੇ ਖਿਆਲ ਇਹ ਇਹਨਾਂ ਦੇ ਥੱਲੇ ਜਾਣ ਦਾ ਬਹੁਤ ਵੱਡਾ ਕਾਰਨ ਹੈ। ਤੇ ਇੱਕ ਗੱਲ ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਯੂਨੀਅਨਸ ਆਪਣਾ ਜਿਹੜਾ ਡਿਸੀਜਨ ਹੈ ਆਪਣੇ ਹੀ ਮੈਂਬਰਸ ਸੇ ਜਾਂ ਰਿਪਰੈਜ਼ੈਂਟੇਟਿਵ ਸੇ ਥੋਪਣ ਦੀ ਕੋਸ਼ਿਸ਼ ਕਰਨ ਜਾਂ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰੋ। ਦੇਖੋ ਮੈਂ ਤੁਹਾਡੀ ਗੱਲ ਨੂੰ ਇਹ ਤੁਸੀਂ ਕਹਿ ਰਹੇ ਹੋ ਕਿ ਉਹ ਇਨਫੋਰਸ ਨਹੀਂ ਕਰ ਸਕਦੇ, ਕੋਈ ਕਿਸੇ ਨੂੰ ਇਨਫੋਰਸ ਨਹੀਂ ਕਰ ਸਕਦਾ, ਬਿਲਕੁਲ ਸਹੀ, ਕੋਈ ਕਿਸੇ ਨੂੰ ਇਨਫੋਰਸ ਨਹੀਂ ਕਰ ਸਕਦਾ। ਪਰ ਇਨਫਲੂਐਂਸ ਕਰਨਾ ਇਨਫੋਰਸ ਕਰਨ ਦੇ ਬਿਲਕੁਲ ਬਰਾਬਰ ਹੀ ਹੁੰਦਾ ਹੈ। ਤੇ ਯੂਨੀਅਨ ਲੀਡਰਸ ਦਾ ਕੰਮ ਹੁੰਦਾ ਹੈ ਕਿ ਆਪਣੇ ਮੈਂਬਰਸ ਨੂੰ ਆਪਣੇ ਨਾਲ ਲੈ ਕੇ ਚੱਲਣਾ। ਤੇ ਕਿਸੇ ਨਾ ਕਿਸੇ ਹੱਦ ਤੱਕ ਇਹ ਜੋ ਚੀਜ਼ ਹੈ, ਜੇ ਤੁਸੀਂ ਫੇਅਰ ਇਲੈਕਸ਼ਨਸ ਐਕਟ ਦੀ ਗੱਲ ਕਰਦੇ ਹੋ ਫਿਰ ਤੁਹਾਨੂੰ ਕੀ ਹੱਕ ਬਣਦਾ ਹੈ ਕਿ ਤੁਸੀਂ ਆਪਣੇ ਮੈਂਬਰਸ ਨੂੰ ਇਸ ਤਰ੍ਹਾਂ ਇਨਫਲੂਐਂਸ ਕਰੋ? ਤੁਹਾਡਾ ਕੀ ਹੱਕ ਬਣਦਾ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਗਠਬੰਧਨ ਬਣਾਓ? ਐਥੀਕਲੀ ਇਟਸ ਐਬਸੋਲੂਟਲੀ ਰੋਂਗ। ਤੇ ਜੇ ਇਦਾਂ ਦਾ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਫੇਅਰ ਇਲੈਕਸ਼ਨਸ ਐਕਟ ਦਾ ਹਿੱਸਾ ਨਹੀਂ ਹੋਏਗਾ। ਹਨੇਹਾ ਜੀ ਇੱਕ ਮਿੰਟ ਹਰਪ੍ਰੀਤ ਜੀ, ਮੈਂ ਹਨੇਹਾ ਜੀ ਤੋਂ ਕੁਐਸਚਨ ਪੁੱਛਣਾ ਚਾਹਣਾ ਕਿ ਚਾਈਲਡ ਕੇਅਰ ਬੈਨੀਫਿਟ ਪਲਾਨ ਜਿਹੜਾ ਹੈਗਾ ਆ ਉਹ ਚੋਣਾਂ ਦੇ ਐਲਾਨ ਤੋਂ ਥੋੜੀ ਦੇਰ ਪਹਿਲਾਂ ਕਰਨਾ ਐਥੀਕਲ ਹੈਗਾ? ਇਹ 'ਚ ਕੀ ਗਲਤ ਹੈ? ਉਸ ਟਾਈਮ ਕੈਨੇਡਾ ਗਵਰਨਮੈਂਟ ਜਿਹੜੀ ਸੀਗੀ ਹਾਰਪਰ ਸਰਕਾਰ ਦੀ ਸੀਗੀ, ਤੇ ਜੇ ਉਹਨਾਂ ਨੇ ਇਲੈਕਸ਼ਨਸ ਤੋਂ ਪਹਿਲਾਂ ਇਹ ਅਨਾਉਂਸਮੈਂਟ ਕੀਤੀ, ਇਹ 'ਚ ਕੋਈ ਗਲਤ ਨਹੀਂ ਹੈ। ਉਸ ਵੇਲੇ ਵੀ ਉਹਨਾਂ ਨੇ ਹਰਨਿਆ ਜੀ ਪਿਛਲੇ 4 ਸਾਲ ਤੋਂ ਕਿਉਂ ਨਹੀਂ ਕੀਤੀ? ਹਰਨਿਆ ਜੀ ਪਿਛਲੇ 4 ਸਾਲ ਤੋਂ ਕਿਉਂ ਨਹੀਂ ਅਨਾਉਂਸਮੈਂਟ ਕੀਤੀ ਸੀ? ਇਲੈਕਸ਼ਨ ਤੋਂ 4 ਦਿਨ ਪਹਿਲਾਂ ਕੀ ਤੁਹਾਨੂੰ ਇਦਾਂ ਦਾ ਚੇਤਾ ਆ ਗਿਆ ਸੀ ਤੁਹਾਨੂੰ ਉਦੋਂ ਕਰਨੀ ਪੈਗੀ ਅਨਾਉਂਸਮੈਂਟ? ਦੇਖੋ ਜੀ, ਇਲੈਕਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੋਵੇ ਜਾਂ ਫਿਰ ਉਹਨਾਂ ਨੇ ਜਨਰਲ ਪਬਲਿਕ ਦੇ ਇਸ ਅਨਾਉਂਸਮੈਂਟ ਨੂੰ ਉਸੇ ਦਮ ਤੇ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਮੈਨੂੰ ਨਹੀਂ ਲੱਗਦਾ ਇਹਦੇ 'ਚ ਕੁਝ ਗਲਤ ਹੈ। ਤੁਸੀਂ ਦੇਖੋ ਜੇ ਤੁਹਾਨੂੰ ਤੁਸੀਂ UCCB ਇਲੈਕਸ਼ਨ ਤੋਂ ਥੋੜੇ ਦਿਨ ਪਹਿਲਾਂ ਲਿਆ ਕੇ ਕਹਿ ਰਹੇ ਜੋ ਗਲਤ ਨਹੀਂ ਆ, ਤੇ ਫਿਰ ਜੇ ਐਨਡੀਪੀ ਯੂਨੀਅਨ ਦੀ ਸਪੋਰਟ ਮੰਗ ਰਹੀ ਹੋ ਕਿੱਦਾਂ ਗਲਤ ਆ? ਪਾਵਰ ਵਿਚਐਵਰ ਪਾਰਟੀ ਇਜ਼ ਆਲਰੇਡੀ ਇਨ ਪਾਵਰ, ਉਹ ਕਿਉਂ ਨਹੀਂ ਚਾਹੇਗੀ ਕਿ ਉਹ ਦੁਬਾਰਾ ਪਾਵਰ 'ਚ ਆਏ? ਤੇ ਜੇ ਉਹਨਾਂ ਨੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਰੱਖ ਵੀ ਦਿੱਤੀ ਅਨਾਉਂਸਮੈਂਟ, ਤੇ ਉਹ ਆਪਣੀ ਜੇਬ 'ਚ ਪੈਸਾ ਤਾਂ ਨਹੀਂ ਪਾ ਰਹੇ ਨਾ। ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਲੋਕਾਂ ਦੇ ਲਈ ਹੈ ਨਾ, ਉਹਨਾਂ ਨੇ ਆਪਣੀ ਜੇਬ 'ਚ ਪੈਸਾ ਪਾਉਣ ਲਈ ਤਾਂ ਅਨਾਉਂਸਮੈਂਟ ਨਹੀਂ ਕੀਤੀ ਨਾ। ਤੁਸੀਂ ਇਦਾਂ ਕਿੱਦਾਂ ਕਹਿ ਸਕਦੇ ਹੋ ਕਿ ਐਥੀਕਲ ਨਹੀਂ ਹੈ? ਸੋ ਟੈਕਸ ਪੇਅਰਸ ਦੀ ਮਨੀ ਦੇ ਰਹੇ ਸੀ, ਸਾਡੇ ਮਨੀ ਸਾਨੂੰ ਹੀ ਦੇ ਕੇ ਸਾਡੇ ਤੋਂ ਹੀ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਤੁਹਾਡਾ ਨਜ਼ਰੀਆ ਸੋਚਣ
question ਨਹੀਂ ਤੁਹਾਡੇ ਨਜ਼ਰੀਏ ਤੇ ਨਹੀਂ comment ਨਹੀਂ ਕਰ ਸਕਦੇ। ਫਿਰ ਮੇਰਾ ਹਰਨਿਆ ਜੀ and ਪਰਮਿੰਦਰ ਜੀ ਹਰ ਇੱਕ ਪਾਰਟੀ ਜਿਹੜੀ ਆ ਆਪਣੇ ਪਰਮਿੰਦਰ ਜੀ and ਹਰਨਿਆ ਜੀ ਆਪਾਂ ਟੌਪਿਕ ਤੋਂ ਥੋੜਾ ਜਿਹਾ ਬਾਹਰ ਜਾ ਰਹੇ ਹਾਂ। ਹਰਨਿਆ ਜੀ and ਪਰਮਿੰਦਰ ਜੀ ਟੌਪਿਕ ਤੋਂ ਬਾਹਰ ਜਾ ਰਹੇ ਹਾਂ, ਆਪਾਂ ਥੋੜਾ ਜਿਹਾ ਵਾਪਸ ਆ ਜਾਈਏ। ਆਪਾਂ UCC ਵੀ ਆਲਰੇਡੀ ਡਿਸਕਸ ਕਰ ਰਿਹਾ ਸੀ, ਇੱਕ ਵੈਲਿਡ ਪੁਆਇੰਟ ਸੀ ਪਰਮਿੰਦਰ ਜੀ, ਪਰ ਟਾਈਮ ਦੀ ਕਮੀ ਹੋਣ ਕਰਕੇ ਆਪਾਂ ਜ਼ਿਆਦਾ ਡਿਸਕਸ ਨਹੀਂ ਕਰ ਸਕਦੇ ਉਹਨੂੰ। ਮੈਂ ਗੱਲਬਾਤ ਕਰ ਰਿਹਾ ਜੈਰੀ ਬੈਂਸ ਦੀ, ਜਿਨ੍ਹਾਂ ਦੀ ਕਿ ਅੱਜ ਉਮੀਦਵਾਰੀ ਖਾਰਿਜ ਕਰ ਦਿੱਤੀ ਗਈ ਹੈ। ਅੱਜ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਹਦੇ ਵਿੱਚ ਕਿ ਉਹਨਾਂ ਨੂੰ ਇੱਕ ਕਿਚਨ ਦੇ ਵਿੱਚ ਪਿਸ਼ਾਬ ਕਰਦੇ ਹੋਏ ਵੇਖਿਆ ਜਾ ਰਿਹਾ ਹੈ। ਉਸ ਤੋਂ ਬਾਅਦ ਪਿਸ਼ਾਬ ਕਰਕੇ ਉਹਨਾਂ ਨੇ ਉਹ ਮੱਗ 'ਚ ਪਿਸ਼ਾਬ ਕੀਤਾ, ਪਿਸ਼ਾਬ ਦਾ ਮੱਗ ਉਸ ਤੋਂ ਬਾਅਦ ਜਿਹੜਾ ਕਿਚਨ ਸਿੰਕ ਹੁੰਦਾ ਉਹ 'ਚ ਡੋਲਤਾ। ਇੱਥੇ ਮੈਂ ਤੁਹਾਨੂੰ ਉਹ ਵੀਡੀਓ ਵਿਖਾਉਣਾ ਚਾਹੂੰਗਾ, ਵੀਡੀਓ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਰੱਖਾਂਗੇ। Dishwasher right there. And what did you say is happening? There's water in the bottom. It doesn't rain. Does it leak or anything? No? Leave it to me. Okay. Thank you very much. You're the expert, I'll let you. Yeah, just let me know if you need me, I'll be in the next room. Jerry of Express Supply and Service looks like another winner. Here we go, right to the drain house. He appears to be pulling it out. Okay. As Steve predicted, the repair takes only a couple of minutes. Well, that was fast. Now the question is, will he try to do something else? He does have something else to do. Clamping the hose, then hitting the drain button. In more ways than one. He's looking off to the other room for some reason. He's also taken a cup. He just peed in the cup. Then he empties the cup in the sink, rinses it, and puts it back. Ay vey. That's the cup I used to put my tea bag in the dishwasher. Okay. Honestly, truth or dare, ever done that? Not even in my own house, Tom. Little did we know, we needed to tell him where to find the bathroom. Nice cleaning up. Glad to see that. Just make sure we watch everything on that counter. And if you think that's the last thing we'll have to clean up, think again. ਹਰਨਿਆ ਜੀ, ਅਗਲਾ ਕੁਐਸਚਨ ਮੇਰਾ ਤੁਹਾਡੇ ਵਾਸਤੇ ਆ। ਤੁਹਾਡੇ ਅੱਜ ਦੋ ਕੈਂਡੀਡੇਟਸ ਦੀ ਉਮੀਦਵਾਰੀ ਤੁਸੀਂ ਖਾਰਿਜ ਕੀਤੀ ਆ, ਯੂਨੀਫਾਰਮ ਵੀ ਤੁਹਾਡੇ ਅਗੇਨਸਟ ਆ, ਤੁਹਾਡੇ ਕੋਲ ਜੋ ਸਰਕਮਸਟੈਂਸਸ ਆ ਉਹ ਵੀ ਤੁਹਾਡੇ ਲੱਗ ਰਿਹਾ ਹੈ ਕਿ ਤੁਹਾਡੇ ਉਲਟ ਚੱਲ ਰਹੇ ਆ। ਤੁਹਾਨੂੰ ਨਹੀਂ ਲੱਗਦਾ ਕਿ ਕੰਜ਼ਰਵੇਟਿਵ ਵਾਸਤੇ ਮੁਸੀਬਤਾਂ ਵੱਧਦੀਆਂ ਜਾ ਰਹੀਆਂ ਨੇ? ਐਬਸੋਲੂਟਲੀ ਹਰਪ੍ਰੀਤ ਜੀ, ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹਾਂ ਕਿ ਕੰਜ਼ਰਵੇਟਿਵ ਸਰਕਾਰ ਦੀ ਪੋਜੀਸ਼ਨ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਵੀਕ ਸੀ ਤੇ ਜਿਹੜੇ ਦੋ ਕੈਂਡੀਡੇਟ ਸਾਹਮਣੇ ਆਏ ਹਨ, ਦੇਖੋ ਜੀ ਗੱਲ ਇਹ ਹੋ ਜਾਂਦੀ ਹੈ ਕਿ ਕਿਸੇ ਵੀ ਬੰਦੇ ਦਾ ਪਾਸਟ ਜਾਂ ਅਤੀਤ ਉਹਦੀਆਂ ਕੁਝ ਗੱਲਾਂ ਤੁਹਾਨੂੰ ਸ਼ਾਇਦ ਪਤਾ ਲੱਗ ਸਕਦੀਆਂ ਹਨ, ਪਰ ਕੁਝ ਗੱਲਾਂ ਬਾਰੇ ਤੁਹਾਨੂੰ ਨਹੀਂ ਪਤਾ ਲੱਗ ਸਕਦਾ। ਪਰ ਜਿਸ ਤਰੀਕੇ ਨਾਲ ਇਹ ਗੱਲਾਂ ਸਾਹਮਣੇ ਆਈਆਂ ਹਨ, ਖਾਸ ਤੌਰ ਤੇ ਉਹ ਜਿਹੜੀ ਆਪਾਂ ਯੂਰਿਨ ਵਾਲੀ ਵੀਡੀਓ ਦੀ ਗੱਲ ਕਰ ਲਈਏ ਜਾਂ ਫਿਰ ਇਸ ਬੰਦੇ ਦੀ ਇਸ ਤਰ੍ਹਾਂ ਦੀ ਵਿਵਾਦਗ੍ਰਸਤ ਟਿੱਪਣੀ ਕਰਨ ਦੀ ਗੱਲ ਕਰ ਲਈਏ ਆਨਲਾਈਨ ਜਾਂ ਸੋਸ਼ਲ ਮੀਡੀਆ ਤੇ, ਇਹਨਾਂ ਦੋਨਾਂ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੇ ਆਪਣੀ ਜਿਹੜੀ ਪੋਜੀਸ਼ਨ ਹੈ ਹੋਰ ਜ਼ਿਆਦਾ ਸਟਰੋਂਗ ਕਰ ਲਈ ਹੈ, ਕਿਉਂਕਿ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਐਡਮਿਟ ਕੀਤਾ ਹੈ ਕਿ ਅਸੀਂ ਕਿਸੇ ਵੀ ਗਲਤ ਬੰਦੇ ਨੂੰ, ਕਿਸੇ ਵੀ ਕਾਬਿਲ ਬੰਦਾ ਜਿਹੜਾ ਇਸ ਪਾਰਟਿਕੂਲਰ ਪੋਜੀਸ਼ਨ ਲਈ ਕਾਬਿਲ ਨਹੀਂ ਹੈ, ਉਸ ਨੂੰ ਆਪਣੀ ਪਾਰਟੀ 'ਚ ਨਹੀਂ ਰੱਖਾਂਗੇ। ਤੇ ਜੇ ਉਹ ਕੈਂਡੀਡੇਟ ਬਣਦਾ ਹੈ ਜਾਂ ਕੈਂਡੀਡੇਟ ਇਸ ਲਈ ਖੜਾ ਹੁੰਦਾ ਹੈ ਤੇ ਜੇ ਇਸ ਤਰ੍ਹਾਂ ਦੀ ਕੋਈ ਵਿਵਾਦਗ੍ਰਸਤ ਗੱਲ ਨਿਕਲਦੀ ਹੈ ਤਾਂ ਉਹਨੂੰ ਪਾਰਟੀ 'ਚੋਂ ਬਾਹਰ ਕੱਢੋ ਤੇ ਉਹਨਾਂ ਤੋਂ ਬਿਹਤਰ ਜਿਹੜੇ ਵਾਕਈ ਡਿਜ਼ਰਵਿੰਗ ਕੈਂਡੀਡੇਟਸ ਹਨ ਉਹਨਾਂ ਨੂੰ ਨਾਲ ਲੈ ਕੇ ਆਓ। ਯੈਸ, ਇਹਦੇ ਨਾਲ ਜਿਹੜੀ ਸਿਚੁਏਸ਼ਨ ਹੈ ਉਹਨਾਂ ਦੀ ਸਿਚੁਏਸ਼ਨ ਕਾਫੀ ਵੀਕ ਹੋਈ ਹੈ, ਪਰ ਤੁਸੀਂ ਇਹਦਾ ਜਿਹੜਾ ਅਲਟੀਮੇਟ ਡਿਸੀਜਨ ਹੋਇਆ ਉਹਨੂੰ ਵੇਖੋ। ਰਣਜੀਤ ਸਿੰਘ ਜੀ, ਜੇ ਇਸ ਸਿਚੁਏਸ਼ਨ ਨੂੰ ਮੈਂ ਕੰਪੇਅਰ ਥੋੜਾ ਜਿਹਾ ਪੰਜਾਬ ਤੋਂ ਕਰਾਂ, ਜਿੱਦਾਂ ਕਿ ਪਹਿਲਾਂ ਆਪ ਨੇ ਵੀ ਪੰਜਾਬ 'ਚ ਆਪਣੇ ਕੈਂਡੀਡੇਟ ਡਿਕਲੇਅਰ ਕਰਤੇ ਸੀ, ਬਾਅਦ 'ਚ ਕੁਝ ਕੈਂਡੀਡੇਟ ਕੈਂਸਲ ਕਰਤੇ ਸੀ ਤੇ ਉਹਨੂੰ ਆਖਿਆ ਜਾ ਰਿਹਾ ਸੀ ਕਿ ਆਪ ਦੀ ਮਿਸਮੈਨੇਜਮੈਂਟ। ਕੀ ਮੈਂ ਕੰਜ਼ਰਵੇਟਿਵ ਨੂੰ ਇੱਥੇ ਕੈਨੇਡਾ ਵਿੱਚ ਕੰਜ਼ਰਵੇਟਿਵ ਦੀ ਮਿਸਮੈਨੇਜਮੈਂਟ ਕਹਿ ਸਕਦਾ ਹਾਂ? ਨਹੀਂ, ਬਿਲਕੁਲ ਹਰਪ੍ਰੀਤ ਜੀ, ਬਿਲਕੁਲ ਨਹੀਂ ਜੀ। ਜਿਹੜੇ ਇੰਡੀਵਿਜੂਅਲ ਹੁੰਦੇ ਨੇ, ਜਿਸ ਤਰ੍ਹਾਂ ਕਿ ਮੈਂ ਜਾਂ ਤੁਸੀਂ ਹੋ ਜਾਂ ਕੋਈ ਵੀ ਪਾਰਟੀ ਉਹਦੇ ਬੰਦੇ ਦਾ ਇੱਕ ਜਿਹੜਾ ਹੁੰਦਾ, ਕਿਉਂਕਿ ਪੂਰਾ ਰੈਜ਼ੂਮੇ ਚੈੱਕ ਕਰ ਸਕਦੀ ਹੈ, ਉਹਦੀ ਪੂਰੀ ਫਾਈਲ ਚੈੱਕ ਕਰ ਸਕਦੀ ਹੈ ਬੰਦਾ ਕੀ ਕੀਤਾ, ਪਰ ਉਹ ਨਿੱਕੀਆਂ ਜਿਹੜੀਆਂ ਇੰਡੀਵਿਜੂਅਲ ਗੱਲਾਂ ਹੁੰਦੀਆਂ ਨੇ, ਜਾਂ ਕਹਿੰਦਾ ਕਿ ਕਿਸੇ ਜਿਹੜਾ ਜਿਸ ਤਰ੍ਹਾਂ ਕਿ ਤੁਸੀਂ ਆਪੇ ਦੱਸਿਆ ਕਿ ਕਿਚਨ ਦੇ ਵਿੱਚ ਜਾ ਕੇ ਪਿਸ਼ਾਬ ਕਰਕੇ ਤੇ ਮੱਗ ਉਹਦੇ ਵਿੱਚ ਡੁੱਲਤਾ, ਇਹਨੂੰ ਪਾਰਟੀ ਕਿਸ ਤਰ੍ਹਾਂ ਜੱਜ ਕਰ ਸਕਦੀ ਹੈ? ਜਾਂ ਕੋਈ ਬੰਦਾ ਆਪਣੇ ਘਰੋਂ ਬੈਠਾ ਪ੍ਰੈਂਕ ਕਾਲ ਕਰ ਸਕਦਾ ਜਾਂ ਕੁਝ ਇਸ ਤਰ੍ਹਾਂ ਦੀ ਸਿਚੁਏਸ਼ਨ ਆ, ਉਹਨੂੰ ਪਾਰਟੀ ਨੂੰ ਨਹੀਂ ਪਤਾ ਹੋ ਸਕਦਾ। ਹਾਂ, ਪਰ ਪਾਰਟੀ
ਪਾਰਟੀ ਦੀ ਮੈਂ ਗਲਤੀ ਉਦੋਂ ਮੰਨਦਾ ਜਦੋਂ ਜੇ ਉਹਨਾਂ ਨੂੰ ਪਤਾ ਲੱਗਣ ਤੋਂ ਬਾਅਦ ਵੀ ਉਹ ਉਸ ਉਮੀਦਵਾਰ ਨੂੰ ਉੱਥੇ ਰੱਖਦੇ ਔਰ ਉਹਦੀ ਹਮਾਇਤ ਕਰਦੇ। ਯੈਸ, ਫਿਰ ਕਿਤੇ ਨਾ ਕਿਤੇ ਕੰਜ਼ਰਵੇਟਿਵ ਜਿਹੜੇ ਸੀਗੇ ਉਹ ਬੈਕਫੁੱਟ ਤੇ ਜਾ ਸਕਦੇ ਸੀ, ਪਰ ਜਿੱਦਾਂ ਹੀ ਇਹ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਨੇ ਰਾਈਟ ਵੇ ਉਹਨਾਂ ਦੀ ਜਿਹੜੀ ਉਮੀਦਵਾਰੀ ਹੈਗੀ ਆ ਉਹਨੂੰ ਬਰਖਾਸਤ ਕਰਤਾ। ਇਸ ਤਰ੍ਹਾਂ ਆਪਾਂ ਮਿਸਮੈਨੇਜਮੈਂਟ ਨਹੀਂ ਕਹਿ ਸਕਦੇ, ਪਰ ਹਰ ਇੰਡੀਵਿਜੂਅਲ ਦੀ ਜਿਹੜੀ ਆਪਣੀ ਆਪਣੀ ਰਿਸਪੌਂਸਿਬਿਲਟੀ ਆ ਉਹਦੇ ਵਿੱਚ ਅਗਰ ਕਿਤੇ ਇੰਡੀਵਿਜੂਅਲ ਕੋਤਾਹੀ ਕਰਦਾ ਤੇ ਉਹਦੀ ਸਜ਼ਾ ਵੀ ਜਿਹੜੀ ਆ ਉਹ ਇੰਡੀਵਿਜੂਅਲ ਨੂੰ ਹੀ ਮਿਲਣੀ ਚਾਹੀਦੀ ਆ, ਨਾ ਕਿ ਪਾਰਟੀ ਨੂੰ। ਪਰ ਰਣਜੀਤ ਸਿੰਘ ਜੀ ਜੇ ਆਪਾਂ ਇੱਥੇ ਗੱਲ ਕਰੀਏ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇੱਕ ਗੱਲ ਤੇ ਆਪਾਂ ਸਾਰੇ ਮੰਨਦੇ ਆ ਕਿ ਸਟੀਫਨ ਹਾਰਪਰ ਸਟਰੋਂਗ ਲੀਡਰ ਨੇ, ਕੰਜ਼ਰਵੇਟਿਵ ਪਾਰਟੀ ਨੂੰ ਉਹਨਾਂ ਕਾਫੀ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ ਵਾ, ਪਰ ਕਿਤੇ ਨਾ ਕਿਤੇ ਲੱਗਦਾ ਕਿ ਕੰਜ਼ਰਵੇਟਿਵਸ ਨੇ ਆਪਣਾ ਹੋਮਵਰਕ ਨਹੀਂ ਕੀਤਾ ਤੇ ਬਿਨਾਂ ਕੁਝ ਖਾਸ ਜ਼ਿਆਦਾ ਚੈੱਕ ਕੀਤੇ ਕੈਂਡੀਡੇਟ ਡਿਕਲੇਅਰ ਕਰਤੇ, ਜਿਹਦਾ ਕਿ ਉਹਨਾਂ ਨੂੰ ਹੁਣ ਪ੍ਰੋਬਲਮ ਫੇਸ ਕਰਨੀ ਪੈ ਹਰਪ੍ਰੀਤ ਜੀ ਇਕੱਲੇ ਮੈਂ ਕੰਜ਼ਰਵੇਟਿਵ ਦੀ ਨਹੀਂ ਕਰ ਰਿਹਾ, ਇਹ ਤੁਸੀਂ ਲਿਬਰਲ ਦੇ ਬਹੁਤ ਸਾਰੇ ਜਿਹੜੇ ਨਵੇਂ ਚਿਹਰੇ ਆਏ ਹੈਗੇ ਆ ਸਾਹਮਣੇ ਆਏ ਹੈਗੇ, ਉਹਨਾਂ ਦੇ ਵਿੱਚ ਵੀ ਇਹੀ ਪ੍ਰੋਬਲਮ ਆ। ਐਨਡੀਪੀ ਦੇ ਬਹੁਤ ਸਾਰੇ ਨਵੇਂ ਚਿਹਰੇ ਆ ਜੀ, ਉਹਨਾਂ ਨੂੰ ਵੀ ਇਹੀ ਪ੍ਰੋਬਲਮ ਆ ਰਹੀ ਹੈਗੀ। ਇਕੱਲਾ ਇੱਕ ਪਾਰਟੀ ਨੂੰ ਕਹੀਏ ਜੀ ਕਿ ਉਹਨਾਂ ਨੇ ਆਪਣਾ ਹੋਮਵਰਕ ਨਹੀਂ ਕੀਤਾ, ਹਰ ਪਾਰਟੀ ਦੇ ਵਿੱਚ ਬਹੁਤ ਇਹੋ ਜਿਹੇ ਨਵੇਂ ਜਿਹੜੇ ਚਿਹਰੇ ਉਹ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਕਿ ਈਵਨ ਪਾਰਟੀ ਦੀਆਂ ਪਾਲਿਸੀਆਂ ਦਾ ਤੱਕ ਨਹੀਂ ਪਤਾ, ਔਰ ਉਹ ਉਮੀਦਵਾਰ ਬਣ ਜਾ ਰਹੇ ਨੇ ਮੈਂਬਰ ਆਫ ਪਾਰਲੀਮੈਂਟ ਦੇ। ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਕੋਈ ਬੰਦਾ ਕਹਿੰਦਾ ਮੈਂ ਬੰਦਾ ਉੱਥੇ ਉਹਨੇ ਇਲੈਕਸ਼ਨ ਕਰਾਈ ਹੈਗੀ, ਪਹਿਲਾਂ ਆਪਾਂ ਕਹਿ ਨੋਮੀਨੇਸ਼ਨ ਹੁੰਦੀ ਹੈਗੀ ਆ, ਉਹਦੇ ਵਿੱਚ ਬੰਦਾ ਜਿੱਤ ਕੇ ਆ ਗਿਆ, ਪਾਰਟੀ ਨੇ ਆਪਣਾ ਕੰਮ ਕਰਤਾ ਕਿ ਜੀ ਤੁਸੀਂ ਨੋਮੀਨੇਸ਼ਨ ਕਰੋ ਇਲਾਕੇ ਦੇ ਵਿੱਚੋਂ, ਤੁਸੀਂ ਸਾਨੂੰ ਬੰਦਾ ਚੁਣ ਕੇ ਦਿਓ, ਉਹਨਾਂ ਨੇ ਬੰਦਾ ਚੁਣ ਕੇ ਦੇ ਦਿੱਤਾ, ਔਰ ਪਾਰਟੀ ਨੇ ਆਪਣਾ ਕੰਮ ਕਰ ਲਿਆ। ਨਹੀਂ ਰਣਜੀਤ ਸਿੰਘ ਜੀ, ਜਦੋਂ ਨੋਮੀਨੇਸ਼ਨ ਵੀ ਫਾਈਲ ਕਰਦੇ ਹੋ ਨਾ, ਉਦੋਂ ਬਕਾਇਦਾ ਕੈਂਡੀਡੇਟ ਨੂੰ ਚੈੱਕ ਕੀਤਾ ਜਾਂਦਾ। ਮੈਂ ਤੁਹਾਨੂੰ ਕੈਲਗਰੀ ਦੇ ਇੱਕ ਰਾਈਡਿੰਗ ਦੀ ਐਗਜ਼ਾਮਪਲ ਦੇਣਾ, ਇੱਥੇ ਵੀ ਮੇਰੇ ਇੱਕ ਫਰੈਂਡ ਸੀ ਜਿਨ੍ਹਾਂ ਨੇ ਨੋਮੀਨੇਸ਼ਨ ਫਾਈਲ ਕੀਤੀ ਸੀ, ਪਰ ਉਹਨਾਂ ਨੂੰ ਨੋਮੀਨੇਸ਼ਨ ਨਹੀਂ ਉਹਨਾਂ ਨੇ ਲੜਨ ਦਿੱਤਾ ਕਿਉਂਕਿ ਉਹਨਾਂ ਨੇ ਕੁਝ ਫੇਸਬੁੱਕ ਤੇ ਇਦਾਂ ਦੇ ਕਮੈਂਟ ਪੜ੍ਹ ਰਹੇ ਸੀ, ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਤੁਹਾਨੂੰ ਨੋਮੀਨੇਸ਼ਨ ਐਨਡੀਪੀ ਵੱਲੋਂ ਨਹੀਂ ਲੜਨ ਦੇ ਸਕਦੇ। ਹਰਪ੍ਰੀਤ ਜੀ, ਜਦੋਂ ਲਾਸਟ ਵਾਲੀ ਇਲੈਕਸ਼ਨ ਹੋਈ ਸੀ ਨਾ ਆਪਣੇ ਕੰਜ਼ਰਵੇਟਿਵ ਦੀ ਇੱਕ ਨੋਮੀਨੇਸ਼ਨ ਹੋਈ, ਨੋਮੀਨੇਸ਼ਨ ਦੇ ਵਿੱਚ ਸਾਡੇ ਇੱਕ ਪੰਜਾਬੀ ਸੱਜਣ ਨੇ ਦਸਤਾਰ, ਬਹੁਤ ਮੈਂ ਨਾਂ ਨਹੀਂ ਲੈ ਸਕਦਾ ਉਹਦਾ, ਦਸਤਾਰ ਸਜਾਉਂਦੇ ਨੇ, ਉਹ ਇਲੈਕਸ਼ਨ ਜਿੱਤ ਗਏ ਸੀਗੇ, ਪਰ ਆਖਰੀ ਮੂਵਮੈਂਟ ਤੇ ਆ ਕੇ ਜਦੋਂ ਇਲੈਕਸ਼ਨ ਸਾਰਾ ਕੁਝ ਹੋ ਗਿਆ ਉਧਰੋਂ ਈਵਨ ਕੈਂਪੇਨ ਵੀ ਉਹਨਾਂ ਨੇ ਸ਼ੁਰੂ ਕਰਤੀ, ਕੁਝ ਇੱਕ ਗੱਲਾਂ ਜਿਹੜੀਆਂ ਨੇ ਉਹ ਪਾਰਟੀ ਤੱਕ ਉਦੋਂ ਵੀ ਪਹੁੰਚੇ ਸੀ, ਉਹਨਾਂ ਨੇ ਰਾਈਟ ਵੇ ਉਹਨਾਂ ਦੀ ਜਿਹੜੀ ਉਮੀਦਵਾਰੀ ਹੈਗੀ ਆ ਉਸ ਵੇਲੇ ਖਤਮ ਕਰਕੇ ਇੱਕ ਨਵੇਂ ਕੈਂਡੀਡੇਟ ਨੂੰ ਉਸ ਜਗ੍ਹਾ ਤੇ ਲੈ ਕੇ ਆਂਦਾ ਸੀ, ਔਰ ਬਾਅਦ ਵਿੱਚ ਉਹ ਕੈਂਡੀਡੇਟ ਉੱਥੋਂ ਜਿੱਤੇ ਵੀ ਸਨ। ਇਹਦਾ ਮਤਲਬ ਇਹ ਨਹੀਂ ਕਿ ਪਾਰਟੀ ਹੋਮਵਰਕ ਨਹੀਂ ਕਰਦੀ, ਕਿਤੇ ਨਾ ਕਿਤੇ ਜਿਹੜੇ ਉਮੀਦਵਾਰ ਵੀ ਹੁੰਦੇ ਆ ਉਹ ਵੀ ਆਪਣਾ ਕੁਝ ਨਾ ਕੁਝ ਜਿਹੜਾ ਪਾਸਟ ਆ, ਅਤੀਤ ਆ, ਉਹਨੂੰ ਛੁਪਾਉਣ ਦੀ ਗੱਲ ਕਰਦੇ ਆ। ਉਸ ਛੁਪਣ ਛੁਪਾਈ ਦੇ ਗੇਮ ਦੇ ਵਿੱਚ ਜ਼ਰੂਰ ਪਾਰਟੀਆਂ ਜਿਹੜੀਆਂ ਕਿਤੇ ਨਾ ਕਿਤੇ ਬਦਨਾਮ ਹੁੰਦੀਆਂ ਨੇ, ਪਰ ਜਿਹੜੇ ਇੰਡੀਵਿਜੂਅਲ ਹੁੰਦੇ ਆ ਉਹਨਾਂ ਨੂੰ ਉਸ ਚੀਜ਼ ਦਾ ਵਾਪਸ ਸਿੱਟ ਬੈਕ ਪੈਂਦਾ, ਔਰ ਇਹੋ ਜਿਹੀ ਸੱਟ ਬੈਕ ਪੈਂਦੀ ਆ ਕਈ ਤੇ ਪੂਰੇ ਇਸ ਆਪਣੇ ਕਹਿੰਦੇ ਪੋਲੀਟੀਸ਼ੀਅਨ ਜੋ ਪੋਲਿਟਿਕਸ ਤੋਂ ਗਾਇਬ ਹੀ ਹੋ ਗਏ। ਹਰਪ੍ਰੀਤ ਜੀ, ਇੱਥੇ ਮੈਂ ਇੱਕ ਪੁਆਇੰਟ ਜਿਹੜਾ ਮੈਂ ਸਮਝਦਾ ਬਹੁਤ ਜ਼ਰੂਰੀ ਆ ਮੈਂਸ਼ਨ ਕਰਨਾ ਕਿ ਜਿਹੜੇ ਦੋ ਉਮੀਦਵਾਰਾਂ ਦੀ ਅਸੀਂ ਗੱਲ ਕਰਦੇ ਪਏ ਆ, ਇੱਕ ਸਕਾਰਬਰੋ ਤੋਂ ਨੇ ਔਰ ਇੱਕ ਟੋਰਾਂਟੋ ਡੈਨਫੋਰਥ ਤੋਂ ਨੇ, ਸੋ ਇਹ ਦੋਨੋਂ ਉਮੀਦਵਾਰਾਂ ਨੇ ਆਪ ਰਿਜ਼ਾਈਨ ਨਹੀਂ ਕੀਤਾ, ਇਹਨਾਂ ਨੂੰ ਪਾਰਟੀ ਨੇ ਜਿਹੜਾ ਹੈਗਾ ਆ ਕਹਿ ਲਓ ਡਿਸਕੁਆਲੀਫਾਈ ਕੀਤਾ ਆ। ਸੋ ਮੈਂ ਇਹ ਸਮਝਦਾ ਹਾਂ ਕਿ ਅਗਰ ਕੈਂਡੀਡੇਟ ਖੁਦ ਇੱਥੇ ਆਪਣੇ ਆਪ ਨੂੰ ਪਿੱਛੇ ਲੈ ਕੇ ਜਾਂਦੇ ਤਾਂ ਬਹੁਤ ਜ਼ਿਆਦਾ ਵਧੀਆ ਇੰਪ੍ਰੈਸ਼ਨ ਜਿਹੜਾ ਸੀ ਉਹ ਪੈਣਾ ਸੀਗਾ, ਪਰ ਕਿਉਂਕਿ ਇੱਥੇ ਪਾਰਟੀ ਵੱਲੋਂ ਅਨਾਉਂਸਮੈਂਟ ਕੀਤੀ ਗਈ ਆ, ਆਈ ਥਿੰਕ ਕਿਤੇ ਨਾ ਕਿਤੇ ਉਹ ਥੋੜਾ ਜਿਹਾ ਧੱਕਾ ਜਿਹੜਾ ਹੈਗਾ ਆ ਉਹ ਜ਼ਰੂਰ ਇੱਥੇ ਲੱਗਾ ਆ ਕੰਜ਼ਰਵੇਟਿਵ ਪਾਰਟੀ ਨੂੰ। ਜੇ ਅਸੀਂ ਲਿਬਰਲ ਪਾਰਟੀ ਦੀ ਗੱਲ ਕਰੀਏ, ਪਿੱਛੇ ਜੇ ਲਿਬਰਲ ਦੇ ਕੈਂਡੀਡੇਟ ਕੈਲਗਰੀ ਤੋਂ ਆਏ ਸੀਗੇ, ਤੇ ਉਹ ਲੜਕੀ ਨੇ ਆਪਣੀ ਟੀਨੇਜ ਉਮਰ ਦੇ ਵਿੱਚ ਕੁਝ ਜਿਹੜੇ ਫੇਸਬੁੱਕ ਦੇ ਉੱਤੇ ਜਾਂ ਟਵਿੱਟਰ ਦੇ ਉੱਤੇ ਕੋਈ ਕਮੈਂਟ ਕੀਤੇ ਹੋਏ ਸੀਗੇ, ਉਹ ਕਾਫੀ ਜ਼ਿਆਦਾ ਐਕਸਟ੍ਰੀਮ ਸੀਗੇ। ਸੋ ਉਸ ਨੂੰ ਲੈ ਕੇ ਉਸਨੇ ਖੁਦ ਸਟੈਪ ਬੈਕ ਕਰ ਲਿਆ ਸੀਗਾ ਕਿ ਮੈਂ ਇਹ ਜਿਹੜੀ ਰਾਈਡਿੰਗ ਦੇ ਵਿੱਚ ਮੈਂ ਨਹੀਂ ਰਨ ਕਰਨਾ ਹੈਗਾ, ਮੈਂ ਅਗਰ ਮੇਰੇ ਤੇ ਇਹ ਇਲਜ਼ਾਮ ਲੱਗਦੇ ਪਏ ਆ। ਆਈ ਥਿੰਕ ਉਹ ਇੱਕ ਬਹੁਤ ਵਧੀਆ ਪੋਜ਼ਿਟਿਵ ਮੈਸੇਜ ਜਾਂਦਾ ਹੈ ਪਾਰਟੀ ਦੇ ਬਿਹਾਫ ਦੇ ਉੱਤੇ, ਪਰ ਇਹ ਜਿਹੜਾ ਮੈਸੇਜ ਗਿਆ ਹੈ ਇਹ ਬਹੁਤ ਜ਼ਿਆਦਾ ਵਧੀਆ ਮੈਸੇਜ ਨਹੀਂ ਗਿਆ, ਔਰ ਇਹਦਾ ਜਿਹੜਾ ਇੱਕ ਨੁਕਸਾਨ ਹੈਗਾ ਆ ਉਹ ਕੰਜ਼ਰਵੇਟਿਵ ਪਾਰਟੀ ਨੂੰ ਬਹੁਤ ਅੱਗੇ ਜਾ ਕੇ ਸ਼ਾਇਦ ਭਰਨਾ ਪੈ ਸਕਦਾ ਆ। ਜੋ ਰਣਜੀਤ ਸਿੰਘ ਜੀ ਨੇ ਇੱਕ ਗੱਲ ਆਖੀ, ਉਸ ਗੱਲ ਨਾਲ ਤੇ ਮੈਂ ਸਹਿਮਤ ਆ ਕਿ ਜੇ ਜਦੋਂ ਪਾਰਟੀ ਨੂੰ ਪਤਾ ਲੱਗਦਾ, ਕਿਉਂਕਿ ਪਾਰਟੀ ਸ਼ਾਇਦ ਕੋਈ ਵੀ ਪਾਰਟੀ ਹੋਵੇ ਹਰ ਇੰਡੀਵਿਜੂਅਲ ਦੀ ਹਰ ਚੀਜ਼ ਤੇ ਚੈੱਕ ਕਰ ਨਹੀਂ ਸਕਦੀ, ਪਰ ਹਾਂ ਜਦੋਂ ਪਾਰਟੀ ਨੂੰ ਪਤਾ ਚੱਲਦਾ ਤੇ ਇੱਕ ਸਟੈਪ ਲੈਣਾ, ਤੇ ਜੋ ਦੋਵੇਂ ਆਪਾਂ ਅੱਜ ਗੱਲ ਕਰੀਏ ਦੋਵੇਂ ਉਮੀਦਵਾਰਾਂ ਦੀ ਉਹਨੇ ਉਮੀਦਵਾਰੀ ਖਾਰਿਜ ਕਰਨਾ, ਮੇਰੇ ਖਿਆਲ ਕੰਜ਼ਰਵੇਟਿਵ ਕੋਲੋਂ ਗੁੱਡ ਸਟੈਪ ਸੀ। ਪਰ ਹਾਂਜੀ ਹਰਨਿਆ ਜੀ, ਰਣਜੀਤ ਜੀ ਐਂਡ ਪ੍ਰਵਿੰਦਰ ਜੀ, ਇੱਕ ਲਾਸਟ ਕੁਐਸਚਨ, ਕੀ ਕੰਜ਼ਰਵੇਟਿਵ ਨੂੰ ਇਹਦਾ ਨੁਕਸਾਨ ਹੋਊਗਾ ਕਿ ਆਉਣ ਵਾਲੀ ਇਲੈਕਸ਼ਨ ਤੁਹਾਨੂੰ ਲੱਗਦਾ ਇਹਦਾ ਫਾਇਦਾ ਵੇਖਣ ਨੂੰ ਮਿਲੂਗਾ? ਹਰਪ੍ਰੀਤ ਜੀ, ਮੈਨੂੰ ਇਹ ਲੱਗਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਇਹਦਾ ਨੁਕਸਾਨ ਹੀ ਦੇਖਣ ਨੂੰ ਮਿਲੂਗਾ। ਪੋਲਸ ਦੇ ਨੰਬਰ ਆਲਰੇਡੀ ਅਸੀਂ ਦੇਖ ਚੁੱਕੇ ਹਾਂ, ਤੀਜੇ ਨੰਬਰ ਦੇ ਉੱਤੇ ਕੰਜ਼ਰਵੇਟਿਵ ਲੁੜ ਕੇ ਜਾ ਚੁੱਕੀ ਆ, ਔਰ ਉਹਦੇ ਨਾਲ ਦੇ ਨਾਲ ਜਿਹੜਾ ਇੱਕ ਨੁਕਸਾਨ ਫੈਡਰਲ ਲੈਵਲ ਦੇ ਉੱਤੇ ਇੱਕ ਥੋੜੇ ਦਿਨਾਂ ਪਹਿਲਾਂ ਦਾ ਅਸੀਂ ਗੱਲ ਕਰੀਏ ਤੇ ਮਾਈਕ ਡਫੀ ਦੇ ਟ੍ਰਾਇਲ ਦਾ ਥੋੜਾ ਨੁਕਸਾਨ ਅਜੇ ਤੱਕ ਉਹ ਰਿਕਵਰ ਨਹੀਂ ਕਰ ਸਕੇ, ਔਰ ਇਸ ਤੋਂ ਬਾਅਦ ਇਹ ਇਦਾਂ ਦੇ ਜਿਹੜੇ ਇਸ਼ੂਜ਼ ਹੈਗੇ ਉਹ ਸਾਹਮਣੇ ਆਉਣ ਤੇ ਉਹ ਪਾਰਟੀ ਦੀ ਇੱਕ ਇਮੇਜ ਨੂੰ ਮੇਰੇ ਹਿਸਾਬ ਨਾਲ
ਬਹੁਤ ਜ਼ਿਆਦਾ ਹਰਟ ਕਰਦੇ ਆ ਤੇ ਅਜੇ ਤੱਕ ਵੀ ਸ਼ਾਇਦ ਜਿਹੜੇ ਕੁਐਸਚਨਸ ਹੈਗੇ ਆ ਉਹ ਐਨਡੀਪੀ ਮਾਫ ਕਰਨਾ ਕੰਜ਼ਰਵੇਟਿਵ ਦੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਸਟੀਵਨ ਹਾਰਪਰ ਜੀ ਵੱਲੋਂ ਅਜੇ ਤੱਕ ਕਲੀਅਰ ਨਹੀਂ ਕੀਤਾ ਗਿਆ ਕਿ ਉਹਨਾਂ ਨੇ ਕੀ ਉਹਨਾਂ ਦਾ ਸਟੈਂਡ ਹੈਗਾ ਆ ਉਸ ਚੀਜ਼ ਨੂੰ ਲੈ ਕੇ। ਕੁਐਸਚਨਸ ਉਹਨਾਂ ਨੂੰ ਹਰ ਵਾਰੀ ਪੁੱਛੇ ਜਾਂਦੇ ਆ, ਇਗਨੋਰ ਕੀਤਾ ਜਾਂਦਾ ਆ ਔਰ ਇੱਥੋਂ ਤੱਕ ਕਿ ਜਿਹੜੀ ਗੱਲਾਂ ਹੈਗੀਆਂ ਕਿ ਜੇ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤੇ ਜਿਹੜੇ ਜਸਟਿਨ ਟਰੂਡੋ ਆ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਆਲ ਪਾਰਟੀ ਮੀਟਿੰਗ ਜਿਹੜੀ ਹੈਗੀ ਇੱਕ ਉਹ ਚਾਹੀਦੀ ਹੈ ਤਾਂ ਕਿ ਅਸੀਂ ਇਸ ਜਿਹੜੇ ਸੀਰੀਅਨ ਕ੍ਰਾਈਸਿਸ ਆ ਉਹਨੂੰ ਡਿਸਕਸ ਕਰ ਸਕੀਏ, ਪਰ ਉਹਦੇ ਤੋਂ ਵੀ ਅੱਜ ਸਟੀਵਨ ਹਾਰਪਰ ਜੀ ਨੇ ਇਨਕਾਰ ਕਰ ਦਿੱਤਾ ਆ। ਸੋ ਮੈਨੂੰ ਲੱਗਦਾ ਹੈ ਕਿ ਬਹੁਤ ਸਾਰਾ ਕੁਝ ਮਿਕਸ ਹੋ ਰਿਹਾ ਤੇ ਇਹ ਅੱਗੇ ਜਾ ਕੇ ਕੰਜ਼ਰਵੇਟਿਵ ਪਾਰਟੀ ਲਈ ਮੁਸ਼ਕਲਾਂ ਖੜੀਆਂ ਕਰੂਗਾ। ਜਿਸ ਤਰ੍ਹਾਂ ਕਿ ਪਰਮਿੰਦਰ ਜੀ ਨੇ ਕਿਹਾ ਕਿ ਬਹੁਤ ਸਾਰਾ ਨੁਕਸਾਨ ਹੋਣ ਦੇ ਚਾਂਸਸ ਹੈਗਾ ਕਿ ਬਹੁਤਾ ਨੁਕਸਾਨ ਹੋਣ ਦੇ ਚਾਂਸ ਨਹੀਂ ਹੈਗੀ। ਰਹੀ ਗੱਲ ਜਿਸ ਤਰ੍ਹਾਂ ਕਿ ਇਹਨਾਂ ਨੇ ਵਿੱਚ ਐਡ ਕਰਤਾ ਜੀ ਸੀਰੀਆ ਵਾਲਾ ਮਸਲਾ, ਸੀਰੀਆ ਵਾਲਾ ਮਸਲਾ ਕੋਈ ਐਡਾ ਦੂਜਾ ਨਹੀਂ ਹੈਗਾ ਕਿ ਉਹਦਾ ਨੁਕਸਾਨ ਇਕੱਲਾ ਕੰਜ਼ਰਵੇਟਿਵ ਨਹੀਂ ਹੋਏਗਾ, ਕਿਉਂਕਿ ਹਰ ਜਿਹੜਾ ਸ਼ਹਿਰੀ ਆ ਉਹ ਆਪਣੇ ਹਿਸਾਬ ਨਾਲ ਸੋਚਦਾ, ਨਾ ਕਿ ਇੱਕ ਪਾਰਟੀ ਨੂੰ ਦੇਖ ਕੇ ਜਾਂ ਇੱਕੋ ਕ੍ਰਾਈਸਿਸ ਨੂੰ ਦੇਖ ਕੇ ਕਿ ਅਸੀਂ ਵੋਟ ਕਿਹਨੂੰ ਪਾਉਣੀ ਹੈਗੀ ਆ। ਜਿਹੜੀ ਦੋ ਸਪੈਸ਼ਲੀ ਮੈਂ ਗੱਲ ਕਰਾਂਗਾ, ਦੋਨੋਂ ਹੀ ਕੈਂਡੀਡੇਟਾਂ ਦੀ ਜਿਹੜੀ ਉਮੀਦਵਾਰੀ ਉਹਨਾਂ ਵੱਲੋਂ ਆਪ ਕੈਂਸਲ ਕੀਤੀ ਗਈ ਹੈ ਪਾਰਟੀ ਵੱਲੋਂ। ਇਸ ਦਾ ਕਿਤੇ ਨਾ ਕਿਤੇ ਭਾਵੇਂ ਥੋੜੇ ਜਿਹੇ ਸੀ ਪਰ ਇਹਦਾ ਫਾਇਦਾ ਆ ਉਹ ਕੰਜ਼ਰਵੇਟਿਵ ਨੂੰ ਦਿਸੇਗਾ ਤੇ ਲੋਕਾਂ ਨੇ ਇਹ ਪ੍ਰਭਾਵ ਜਾਏਗਾ ਕਿ ਇਹ ਉਹ ਪਾਰਟੀ ਆ ਜੇ ਕਿ ਇਹਨਾਂ ਦਾ ਉਮੀਦਵਾਰ ਗਲਤ ਕੰਮ ਕਰਦਾ ਤੇ ਇਹਨਾਂ ਦੇ ਹੱਥ ਆ ਜਾਂਦਾ ਤੇ ਉਹਦੀ ਜਿਹੜੀ ਉਮੀਦਵਾਰੀ ਆ ਉਹ ਵੀ ਇਹ ਕੈਂਸਲ ਕਰਨ ਤੋਂ ਪਿੱਛੇ ਨਹੀਂ ਹਟਦੇ। ਇਹੀ ਚੀਜ਼ਾਂ ਜਿਹੜੀਆਂ ਸੀ ਉਹ ਪਿਛਲੇ ਇਲੈਕਸ਼ਨ 'ਚ ਹੋਈਆਂ ਸੀ ਇੰਟਰਵਿਊ ਦੇ ਵਿੱਚ ਔਰ ਉਸ ਚੀਜ਼ ਦਾ ਫਾਇਦਾ ਜਿਹੜਾ ਡੈਫੀਨੇਟਲੀ ਇਹਨਾਂ ਨੇ ਚੱਕਿਆ ਸੀ। ਹਰਨਿਆ ਜੀ। ਮੈਂ ਨਾ ਤਾਂ ਪਰਮਿੰਦਰ ਜੀ ਦੀ ਗੱਲ ਤੋਂ ਸਹਿਮਤ ਹਾਂ ਨਾ ਰਣਜੀਤ ਜੀ ਦੀ ਗੱਲ ਤੋਂ ਸਹਿਮਤ ਹਾਂ। ਮੈਨੂੰ ਲੱਗਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੇ ਆਪਣਾ ਸਟੈਂਡ ਜਿਹੜਾ ਲਿਆ ਹੈਗਾ ਉਹ ਬਿਲਕੁਲ ਸਹੀ ਲਿਆ ਹੈਗਾ। ਠੀਕ ਹੈ, ਜਿਹੜੇ ਪਾਰਟੀ ਕੈਂਡੀਡੇਟਸ ਨੇ ਨਹੀਂ ਆਪਣੀ ਉਮੀਦਵਾਰੀ ਛੱਡਣੀ ਸੀ ਇਹ ਉਹਨਾਂ ਦਾ ਡਿਸੀਜਨ ਸੀ, ਪਰ ਐਟ ਦੀ ਐਂਡ ਆਫ ਦ ਡੇ ਪਾਰਟੀ ਨੇ ਸੋਚਣਾ ਹੈ ਕਿ ਉਹਨਾਂ ਦੀ ਪਾਰਟੀ ਲਈ ਤੇ ਬਾਕੀ ਲੋਕਾਂ ਲਈ ਕੀ ਬੈਨੀਫੀਸ਼ੀਅਲ ਹੈ ਤੇ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਇਹ ਫੈਸਲਾ ਲਿਆ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਉਹਨਾਂ ਦੇ ਅਗੇਂਸਟ ਜਾਏਗਾ। ਥੈਂਕ ਯੂ ਹਰਨਿਆ ਜੀ। ਰਣਜੀਤ ਸਿੰਘ ਜੀ, ਪਰਮਿੰਦਰ ਸਿੰਘ ਜੀ, ਹਰਨਿਆ ਜੀ, ਤੁਸੀਂ ਤਿੰਨੋਂ ਅੱਜ ਮੇਰੇ ਨਾਲ ਜੁੜੇ ਤੇ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਕੋਈ ਪਰਟੀਕੂਲਰ ਪਾਰਟੀ ਦੀ ਨਾ ਹੀ ਵਕਾਲਤ ਕਰਦੇ ਹਾਂ ਨਾ ਹੀ ਕੋਈ ਪਰਟੀਕੂਲਰ ਪਾਰਟੀ ਦੇ ਖਿਲਾਫ ਬੋਲਦੇ ਹਾਂ। ਜੇ ਤੁਹਾਡੇ ਕੋਲ ਵੀ ਕੋਈ ਸੁਝਾਅ ਜਾਂ ਸੁਜੈਸ਼ਨ ਹੋ ਜਾਂ ਤੁਸੀਂ ਚਾਹੁੰਦੇ ਹੋ ਕੋਈ ਪਰਟੀਕੂਲਰ ਮੁੱਦੇ ਤੇ ਅਸੀਂ ਆਪਣੇ ਡਿਬੇਟ ਕਰੀਏ, ਤੁਸੀਂ ਸਾਡੇ ਨਾਲ ਹਮੇਸ਼ਾ ਹੀ ਹੇਠ ਲਿਖੇ ਫੋਨ ਨੰਬਰ ਅਤੇ ਈਮੇਲ ਐਡਰੈਸ ਤੇ ਸੰਪਰਕ ਕਰ ਸਕਦੇ ਜੋ। ਇੱਥੇ ਸਾਨੂੰ ਚਾਰਾਂ ਨੂੰ ਦਿਓ ਇਜਾਜ਼ਤ। ਧੰਨਵਾਦ।